पद पंकज सिमरो अंगद दोख निकंदना अमरदास गुर हृदय श्री गुरु रामदास गुण श्री गुरु रामदास गुण गुरु अर्जन विघ्नन के नाशक गुरु हर गोबिंद शुभ मत गुरु हर राय नमो कर जोरी गुरु हर कृष्ण मनाए बहोरी तेग बहादुर परम कृपाला गुरु गोबिंद सिंह बिसाला गुरु गोबिंद सिंह बिसाला तरों तरापुर पुन सीसा बंदो बार बार जगदीसा बंदो बार बार जगदीसा। श्री गुरु ग्रंथ साहिब महाराज जी की पावन हजूरी अंदर सुभाईमान सतसंगी जनों, बाणी दे विच महाराज बार बार इको चीज़ ते जोर दिंदे हन। मनुख दा मन मैला है ते जदों तई मन मैला है उदों तई दान भी मैला है, पूजा भी मैली है, जिउना भी मैला है, कर्म भी मैले हुंदे ने। मन मैले हुंदियां बाणी कहंदी सब कुछ ही मैला हुंदा है, क्योंकि मन दे फुरनियां तो अखां वेखदियां ने। जैसा मन चाहेगा वैसा अखां वेखणगियां, जैसा मन चाहेगा वैसा अखां सुणनगियां, जैसा मन चाहेगा वैसा अखां खाणगियां, जैसा मन चाहेगा वैसा धन मनुख कमाएगा। बाहर दियां जिन्नियां भी प्रक्रियावां ने मन दे संकल्प नाल जुड़ियां होईयां ने। मन दे विच माड़े संकल्प क्यों आउंदे ने? क्योंकि मन दे उत्ते मैल लगी हुई है, मंदे संस्कारां दी मैल। रोज़ रोज़ मनुख जो कुछ भी वेंदा है, जो कुछ भी सुनता है, उहदे नाल संस्कार बनते हैं। जो कुछ भी वेखेगा, जो कुछ भी सुनेगा, उस दे नाल संस्कार बनणगे। ਉਹੀ संस्कार अगे चल के मनुख के शरीर नूं भी प्रभावित करनगे, मनुखी परिवार नूं भी प्रभावित करनगे ते मनुख की आर्थिक व्यवस्था नूं भी प्रभावित करनगे। अज दी दुनिया दे विच भयानक महामारी चल रही है। ये ऐसे नहीं किते एवें ही चल रही है, ये कुछ कारण ने।
ਬਾਣੀ ਦੇ ਵਿੱਚ ਤੇ ਸਭ ਤੋਂ ਵੱਡਾ ਕਾਰਨ ਮੰਨਿਆ ਹੈ, ਇਹਦਾ ਵੀ ਕਾਰਨ ਮੰਨਿਆ ਹੈ। ਜਦੋਂ ਮਨੁੱਖ ਦੇ ਅੰਦਰ ਹਉਮੈ ਦਾ ਪਾਰਾ ਵੱਧ ਜਾਂਦਾ ਹੈ, ਫਿਰ ਉਹ ਹਰੇਕ ਚੀਜ਼ ਨੂੰ ਨਜ਼ਰਅੰਦਾਜ਼ ਕਰਦਾ ਹੈ। ਹਰੇਕ ਚੀਜ਼ ਨੂੰ ਇੱਕ ਮਨੁੱਖ 'ਚ ਵਧੇਗਾ, ਆਪਣੇ ਪਰਿਵਾਰ ਨੂੰ ਨਜ਼ਰਅੰਦਾਜ਼ ਕਰ ਦੇਗਾ। ਜਿਵੇਂ ਹੀ ਹਉਮੈ, ਕੋਈ ਵਿੱਦਿਆ ਪੜ੍ਹ ਲਈ, ਵਿੱਦਿਆ ਦਾ ਹੰਕਾਰ ਵਧਿਆ, ਪਿੰਡ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਆਪਣੀ ਪਰਿਵਾਰ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹੁਣ ਉਹਦੇ ਵਾਸਤੇ ਉਹੀ ਵੱਡਾ ਹੈ, ਬਾਕੀ ਸਾਰੇ ਛੋਟੇ ਨੇ। ਇਵੇਂ ਸਰੀਰ ਦਾ ਬਲ ਆਇਆ, ਸਰੀਰ ਦੇ ਬਲ ਵਿੱਚ ਇਤਨਾ ਚਕਨਾਚੂਰ ਹੋ ਗਿਆ, ਮਸਤ ਹੋ ਗਿਆ, ਉਹਦੇ ਵਾਸਤੇ ਭਰਾ, ਵੱਡਾ ਭਰਾ ਵੀ ਛੋਟਾ ਹੋ ਗਿਆ, ਵੱਡੇ ਵੱਡੇ ਬਜ਼ੁਰਗ ਲੋਕ ਵੀ ਛੋਟੇ ਹੋ ਗਏ। ਇਵੇਂ ਮਨੁੱਖ ਜਾਤੀ ਦੇ ਕੋਲ ਬੁੱਧੀ ਤੇ ਹੈ ਸੀ, ਇਸ ਬੁੱਧੀ ਦਾ ਹੰਕਾਰ ਇੰਨਾ ਵਧਿਆ, ਹੋਰ ਜੁਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮਰ ਮਰ ਕੇ ਸੜਨ ਲੱਗੀਆਂ ਜੁਨੀਆਂ। ਫਿਰ ਉਹਨਾਂ ਦੀਆਂ ਅਰਦਾਸਾਂ ਵੀ ਰੱਬ ਦੇ ਦਰ 'ਤੇ ਕਬੂਲ ਹੁੰਦੀਆਂ ਨੇ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਹਾਥੀ ਦੀ ਅਰਦਾਸ ਕਬੂਲ ਹੋਈ ਮੰਨੀ ਹੈ। ਕਹੋ ਨਾਨਕ ਅਬ ਓਟ ਹਰ, ਗੱਜ ਜਿਉਂ ਹੋ ਸਹਾਏ। ਹਾਥੀ, ਗੱਜ ਦਾ ਮਤਲਬ ਹਾਥੀ। ਫਿਰ ਜਦੋਂ ਦੂਜੀਆਂ ਨਿਰਬਲ ਜਾਤੀਆਂ ਨੂੰ ਅਸੀਂ ਐਵੇਂ ਹੀ ਮਾਰੀ ਜਾਵਾਂਗੇ, ਤੇ ਉਹਨਾਂ ਦੇ ਅੰਦਰ ਹਿਰਦੇ ਨਹੀਂ, ਜੀਵਾਤਮਾ ਨਹੀਂ। ਉਹ ਜੀਵਾਤਮਾ ਹੋਰ ਤੇ ਕੁਛ ਕਰ ਨਹੀਂ ਸਕਦੀ, ਮਰਦੀ ਹੋਈ ਰੱਬ ਅੱਗੇ ਪੁਕਾਰ ਜ਼ਰੂਰ ਕਰ ਦਿੰਦੀ ਹੈ। ਹੁਣ ਐਸਾ ਕਰਨ ਵਾਲੇ ਥੋੜੇ ਲੋਕ ਨੇ। ਯਾਦ ਰੱਖਣਾ, ਮਾੜਿਆਂ ਦੇ ਵਿੱਚ ਰਹਿਣ ਦੇ ਨਾਲ ਜੋ ਮਾੜੇ ਭੁਗਤਣਗੇ, ਚੰਗਿਆਂ ਨੂੰ ਵੀ ਭੁਗਤਣਾ ਪੈਂਦਾ। ਇਸ ਕਰਕੇ ਚਾਣਕ ਨੀਤੀ ਇਹ ਕਹਿੰਦੀ ਹੈ, ਜਿੱਥੇ ਜਨਤਾ ਮਾੜੀ ਹੋ ਜਾਏ, ਰਾਜਾ ਮਾੜਾ ਹੋ ਜਾਏ, ਉਹ ਦੇਸ਼ ਛੱਡ ਦੇਣਾ ਚਾਹੀਦਾ ਹੈ। ਚਾਣਕ ਨੀਤੀ ਦਾ ਇਹ ਵਿਚਾਰ ਹੈ। ਇਸ ਕਰਕੇ ਜਿਵੇਂ ਜਿਵੇਂ ਮਨੁੱਖ ਦੇ ਅੰਦਰੋਂ ਮਨੁੱਖਤਾ ਘਟਦੀ ਜਾਂਦੀ ਹੈ, ਫਿਰ ਉਸ 'ਤੇ ਐਸੀਆਂ ਆਪਦਾਵਾਂ ਆਉਣਾ ਸੁਭਾਵਿਕ ਹੀ ਹੈ। ਸ਼ਾਇਦ ਇਹ ਤਾਂ ਛੋਟੀ ਹੈ, ਮਨੁੱਖ ਸਮਝ ਜਾਏਗਾ, ਨਾ ਸਮਝੇਗਾ ਇਸ ਤੋਂ ਵੱਡੀਆਂ ਆਉਣਗੀਆਂ। ਇਹ ਕੋਈ ਹਜੇ ਸ਼ੁਰੂਆਤ ਹੈ। ਮਨੁੱਖ ਨੇ ਆਪਣੇ ਤੌਰ 'ਤੇ ਆਪਣੀਆਂ ਸੁਵਿਧਾਵਾਂ ਦੇ ਲਈ ਵਿਕਾਸ ਤੇ ਕੀਤਾ, ਪਰ ਉਹ ਵਿਕਾਸ ਸਹੀ ਦਿਸ਼ਾ ਦੇ ਵਿੱਚ ਹੈ ਸੀ ਜਾਂ ਨਹੀਂ ਸੀ, ਇਸ ਦਾ ਨਹੀਂ ਇਹਨੂੰ ਪਤਾ। ਗੱਡੀਆਂ ਤੇ ਇਹਨੇ ਚਲਾਈਆਂ ਨੇ, ਉਹਨਾਂ ਨਾਲ ਪੋਲਿਊਸ਼ਨ ਹੋਇਆ ਹੈ। ਮਨੁੱਖ ਆਪਣਾ ਖੱਡਾ ਆਪਣੇ ਆਪ ਲਈ ਖੋਦ ਬੈਠਾ। ਸੋ ਐਸਾ ਜਿਹੜਾ ਇਹਨੇ ਵਿਕਾਸ ਕੀਤਾ, ਹੋਰ ਇਹਨੇ ਕਈ ਪ੍ਰਕਾਰ ਦੀਆਂ, ਪਰ ਜਦੋਂ ਜਿਵੇਂ ਜਿਵੇਂ ਵਿਕਾਸ ਹੋਇਆ, ਮਨੁੱਖ ਬੜਾ ਖੁਸ਼ ਹੋਇਆ। ਅੱਜ ਦੀ ਦੂਰੀ ਘਟਾ ਦਿੱਤੀ ਕਿ ਮੈਂ ਅਮਰੀਕਾ 12 ਘੰਟਿਆਂ ਵਿੱਚ ਪਹੁੰਚ ਜਾਂਦਾ ਹਾਂ। ਪਰ ਉਸ 12 ਘੰਟਿਆਂ ਦੇ ਨਾਲ, ਉਸ ਵਿਕਾਸ ਨਾਲ ਕਿਤੇ ਨਾ ਕਿਤੇ ਨੁਕਸਾਨ ਵੀ ਹੋਇਆ ਹੈ। ਕੁਦਰਤ ਤੋਂ ਮਨੁੱਖ ਟੁੱਟਦਿਆਂ, ਜਿਵੇਂ ਕੁਦਰਤ ਤੋਂ ਟੁੱਟੇਗਾ, ਬਿਮਾਰੀਆਂ ਆ ਜਾਂਦੀਆਂ ਨੇ। ਪਹਿਲੀ ਮਾਨਸਿਕ ਬਿਮਾਰੀ, ਫਿਰ ਸਰੀਰਕ ਬਿਮਾਰੀ, ਮਾਨਸਿਕ ਤੋਂ ਬਾਅਦ ਸਰੀਰਕ। ਅੱਜ ਦੀ ਦੁਨੀਆ ਵਿੱਚ ਬਹੁਤੀ ਬਿਮਾਰੀ ਮਾਨਸਿਕ ਹੈ, ਕਿਉਂ? ਵਿਸ਼ਵਾਸ ਨਹੀਂ ਪਰਮਾਤਮਾ ਤੇ, ਹਰੇਕ ਮਨੁੱਖੀ ਚਿੰਤਾ ਤੇ ਤ੍ਰਿਸ਼ਨਾ ਵਿੱਚ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਵੀ ਹੈ। ਮੈਂ ਉਹਦੇ ਸੰਬੰਧ ਵਿੱਚ ਵੀ ਬੇਨਤੀਆਂ ਕਰਾਂਗਾ, ਪਰ ਮੈਨੂੰ ਇੱਕ ਸਾਖੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਯਾਦ ਆਉਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਇੱਕ ਪਿੰਡ ਦੇ ਵਿੱਚ ਗਏ, ਹੰਡਾਈਆ ਨਾਂ ਦਾ ਪਿੰਡ ਹੈ, ਸ਼ਾਇਦ ਮਾਲਵੇ ਦੇ ਵਿੱਚ ਉਹ ਪਿੰਡ ਹੈ। ਉੱਥੋਂ ਨਿਕਲਣ ਲੱਗੇ ਲੋਕਾਂ ਨੇ ਬੜਾ ਬੁਰਾ ਵਰਤਾਵ ਕੀਤਾ ਮਹਾਰਾਜ ਸਾਹਿਬ ਨਾਲ। ਸਤਿਗੁਰੂ ਜੀ ਜਾ ਰਹੇ ਸੀ ਅੱਗੇ, ਪਹਿਲਾਂ ਹੀ ਉਹ ਪਿੰਡ, ਇੱਕ ਤਿਪਲੀ ਦਾ ਰੋਗ ਹੁੰਦਾ ਹੈ, ਸਾਰਾ ਪਿੰਡ ਹੀ ਉਹਦੇ ਨਾਲ ਗ੍ਰਸਤ ਸੀ। ਪਿੰਡ ਦਿਆਂ ਸਿਆਣੇ ਲੋਕਾਂ ਸਮਝਾਇਆ, ਮਹਾਂਪੁਰਖ ਨੇ, ਉਹਨਾਂ ਅੱਗੇ ਜਾ ਕੇ ਹੱਥ ਜੋੜੋ, ਸਾਰੇ ਰੋਗਾਂ ਨੂੰ ਦੂਰ ਕਰ ਸਕਦੇ ਨੇ। ਬਾਣੀ ਇਹ ਕਹਿੰਦੀ ਹੈ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਕ ਵੀ ਭੱਜ ਖਲੇ। ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। ਇਹ ਜੋ ਬਾਣੀ ਕਹਿ ਰਹੀ ਹੈ, ਇਹ ਦ੍ਰਿਸ਼ ਤੁਸੀਂ ਆਪਣੀਆਂ ਅੱਖਾਂ ਸਾਹਮਣੇ ਅੱਜ ਵੇਖ ਸਕਦੇ ਹੋ। ਜਦੋਂ ਮੁਸ਼ਕਲ ਬਣਦੀ ਹੈ, ਲੋਕੀ ਆਪਣੇ ਮਾਂ ਬਾਪਾਂ ਨੂੰ ਬਾਹਰ ਸੁੱਟ ਦਿੰਦੇ ਨੇ, ਕਿਤੇ ਮੈਂ ਨਾ ਇਹਦੇ ਨਾਲ ਪ੍ਰਭਾਵਿਤ ਹੋ ਜਾਵਾਂ। ਢੋਈ ਕੋਏ ਨਾ ਦੇ, ਕੋਈ ਢੋਈ ਨਹੀਂ ਦਿੰਦਾ ਐਸੀ ਮੌਕੇ। ਹੁਣ ਇਸ ਸਮੇਂ ਦੀ ਐਸੀ ਮੁਸੀਬਤ ਤੇ ਮਨੁੱਖਾ ਜਾਤੀ ਤੇ ਬਣੀ ਹੈ,
पर इस मुसीबत नूं कट्टण दा इलाज कोई दवाइयां नहीं हैं। वैक्सीनां बन जाणगियां कि बीमारी खत्म हो जाएगी, नहीं, रोक पै जाएगी, खत्म नहीं होएगी, और आ जाएगी इस तो वड्डी। ये वैक्सीनां, ये परमात्मा दे नाल मनुख ने गृह युद्ध छेड़िया होया है। मैं कह देवां कुदरत दे नाल मत्था डाया होया है मनुख ने। जदों तई ये मनुख समझेगा नहीं, उदों तई बीमारियां इत्थों नहीं जाणगियां। हुण गुरु तेग बहादुर महाराज जी के सामने उस पिंड इकट्ठा होके आया, कहने महाराज कृपा करो, सारा पिंड ही रोगी हो गया, कृपा करो। हुण गुरु तेग बहादुर महाराज की कहते हैं, कहते तुहाडे रोग लगण दा कारण है। की कारण है? कहते तुसीं किसी नूं दुख दिता है, सारे पिंड ने। ये जिहड़ा तुसीं दुख दिता है, वो दुख तुहाडियां शरीरां चों निकलदा पिया है। ये जो दुख अज मनुखा जाति दे विचों निकल रहे ने, ये दिते हुए ने किसी नूं। कदों दिते ने, किवें दिते ने, बड़ा गहरा है। हो सकता है बजुर्गों ने दिते होण। गहरा संकट है। फिर इहदी दवा बाणी दे विच महाराज कहंदे ने, परमात्मा निराशियां दी आशा पूरी करता है, जिन्हां कोल धन नहीं उन्हां नूं धन दिंदा है, ते रोगियां दे रोग खत्म करदा है। निर्धनन भयंग धनवंतः रोगियं रोग खंडन। परमात्मा रोगियां दा रोग खंडन कर सकता है। ताई बाणी कहती है, परमेश्वर दे भुलिया व्यापन सभे रोग। सभे का मतलब शारीरिक रोग, मानसिक रोग, आर्थिक रोग। जिन्ने भी रोग वापर रहे ने, ये सारे का सारा हरजाना भुगतना पै रहा। किस चीज़ का? परमेश्वर की भुलना का। परमेश्वर की भुलना, प्रकृति दे नाल मनुख ने मत्था लगाउणा, अपने हाण दीआं जिहड़ियां जातियां ने उन्हां नूं दुख पहुंचाउणा, मनुख ने मनुख नूं दुख पहुंचाउणा। ये संताप मनुखा जाति नूं सहना पै रहा है। इहदी अरदास हरेक नूं करनी चाहिदी है। अज दी दुनिया विच सिख धर्म दे विच ते पहलां ही इक्को ही हथियार बचदा है मनुख कोल, सिर्फ अरदास, सिर्फ बेनती। बेनती किहदे अगे? जिथों ये मुसीबतां चलदियां ने। मैं फिर बेनती करदा, याद रखना साध संगत, रब किसी नूं दुख नहीं दिंदा, वो तो निर्वैर है। उन्होंने दुख दे के कोई आनंद आएगा मनुख? उन्हें क्यों दुख देना है किसी नूं? ये तो हुक्म दे विच जो मनुख ने माड़ा कीता है, उहदा हरजाना अपने कर्मां दा हरेक मनुख नूं भुगतना पैंदा है। किन्नी देर विच भुगतना पएगा? मैं बड़ी बारी बेनती करदा हुन्ना, जिवें जिमीदार लोग फसल बीजते हैं ना, अज कणक की फसल बीजो, अज अंब का बूटा लगाओ, अज बूटा लगावांगे, उहदा फल जिहड़ा 2 सालां बाद आएगा। हुण बूटा लगाउण ते फल दे विच 2 सालां दा गैप है। इवें जो कर्म अज माड़ा कीता है, उहदे फल दे विच गैप पैंदा है, फल नहीं मिटदा। गैप पै सकता है, फल नहीं मिटदा हुंदा। कर्म का फल कदे मिटदा नहीं, कर्म का फल मनुख नूं भुगतना पैंदा है। आओ नाल दी नाल जो भाई बुद्धू जी का आवा, भाई बुद्धू जी ने किवें गुरु साहब जी दे कोल ओ जांदे हन, जिहड़ी लड़ीवार कथा इतिहास की चल रही है, उसनूं भी आपां नाल नाल सरवण करिए। नाल नाल श्री गुरु तेग बहादुर महाराज जी का जो 400 साला प्रकाश पुरब अज दे दिन पूरे विश्व भर च मनाया जा रहा है। गुरु तेग बहादुर महाराज जी की पावन जीवनी, कित्थे प्रकाश होया, की उन्हें अपनी जिंदगी च कीता, कैसा उन्होंने सुभाव सी, कैसी शख्सियत के मालक सन साहब श्री गुरु तेग बहादुर महाराज, उसनूं भी नाल नाल विचारन का यतन करांगे। आओ आरंभ करन तो पहला सतगुरु जी वालों बख्शे पावन गुरु मंत्र नाल सांझ पाइए। सतनाम श्री वाहे गुरु साहिब जी, सतनाम श्री वाहे गुरु साहिब जी। बुद्धू नाम कुलाल एक, सतगुर को सिख धीर। एक भाई बुद्धू नाम का सिख रहिंदा है लाहौर विच।
ਕੰਮ ਹੈ ਉਹਦਾ ਕੁਮਾਰ ਦਾ, ਇੱਟਾਂ ਬਣਾਉਂਦਾ ਹੈ ਤੇ ਬੜਾ ਹੀ ਧੀਰਜਵਾਨ ਹੈ, ਬੜਾ ਹੀ ਸਤਿਗੁਰੂ ਜੀ ਨੂੰ ਪ੍ਰੇਮ ਕਰਨ ਵਾਲਾ ਹੈ। ਲਾਪੁਰ ਮੈਂ ਤਿਸ ਕੋ ਸਦਨ, ਜਾਤ ਗੁਰੂ ਕੇ ਤੀਰ। ਲਾਹੌਰ ਦੇ ਵਿੱਚ ਉਹਦਾ ਘਰ ਹੈ, ਪ੍ਰੇਮ ਕਰਦਾ ਹੈ, ਇਸ ਕਰਕੇ ਕਦੇ ਕਦੇ ਅੰਮ੍ਰਿਤਸਰ ਵੀ ਜਾਂਦਾ ਹੈ ਤੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ। ਸਿੱਖਿਅਨ ਕੀ ਬਹੁ ਸੇਵਾ ਕਰਈ, ਧਰਮ ਕਿਰਤ ਕੀ ਜੀਵਾ ਧਰਈ। ਸਿੱਖਾਂ ਦੀ ਬੜੀ ਸੇਵਾ ਕਰਦਾ ਹੈ ਤੇ ਨਾਲ ਦੇ ਨਾਲ ਕਿਰਤ ਵੀ ਧਰਮ ਦੀ ਕਰਦਾ ਹੈ। ਆਪਣਾ ਬਿਜ਼ਨਸ ਕਰਦਾ ਹੈ ਪਰ ਧਰਮ ਦੇ ਨਾਲ, ਸੰਜਮ ਦੇ ਨਾਲ ਕਰਦਾ ਹੈ, ਸੰਤੋਖ ਨਾਲ ਕਰਦਾ ਹੈ। ਗੁਰੂ ਭਰੋਸੈ ਕਾਰ ਕਰੰਤਾ, ਆਪਣੇ ਸਭ ਕਾਰਜ ਨਿਭੰਤਾ। ਸਤਿਗੁਰੂ ਜੀ ਭਰੋਸੇ ਤੇ ਹੀ ਸਾਰੇ ਕਾਰਜ ਕਰਦਾ ਹੈ। ਹਰੇਕ ਕਾਰਜ ਦੇ ਵਿੱਚ ਮੁੱਖ ਪਰਮੇਸ਼ਰ ਨੂੰ ਰੱਖਦਾ ਹੈ, ਅਰਦਾਸ ਕਰਦਾ ਹੈ, ਉਹਨਾਂ ਦਾ ਹੀ ਆਸਰਾ ਤੱਕਦਾ ਹੈ, ਉਹਨਾਂ ਦੇ ਅੱਗੇ ਹੀ ਬੇਨਤੀ ਕਰਦਾ ਹੈ। ਲਾਏ ਈਟ ਕਾ ਕੇਰ ਭਜਾਵੈ, ਵੇਚੈ ਪੁਰ ਮਹਿ ਗੁਜਰ ਚਲਾਵੈ। ਕੰਮ ਕੀ ਕਰਦਾ ਸੀ? ਪਹਿਲੇ ਸਮਿਆਂ 'ਚ ਇੱਟਾਂ ਜਿਹੜੀਆਂ ਛੋਟੇ ਛੋਟੇ ਭੱਠਿਆਂ 'ਚ ਪਕਾਈਆਂ ਜਾਂਦੀਆਂ, ਉਹਨਾਂ ਨੂੰ ਪਜਾਵੇ ਕਿਹਾ ਜਾਂਦਾ ਸੀ। ਇੱਟਾਂ ਬਣਾਉਂਦਾ ਹੈ, ਪਜਾਵੇ ਲਗਾਉਂਦਾ ਹੈ, ਫਿਰ ਉਹਨਾਂ ਇੱਟਾਂ ਨੂੰ ਵੇਚਦਾ ਹੈ ਤੇ ਜੋ ਵੀ ਬਿਜ਼ਨਸ, ਜੋ ਵੀ ਉਹਨੂੰ ਪ੍ਰੋਫਿਟ ਹੁੰਦਾ ਹੈ, ਉਹਦੇ ਨਾਲ ਫਿਰ ਆਪਣਾ ਘਰ ਚਲਾਉਂਦਾ ਹੈ। ਗੁਰ ਸਿੱਖਿਅਨ ਕੋ ਕਰਹਿ ਆਹਾਰਾ, ਪੂਰਹਿ ਭਾਵਨਾ ਹਿਰਦੇ ਮਝਾਰਾ। ਪ੍ਰੇਮੀ ਸੀ, ਜਿੰਨੇ ਵੀ ਗੁਰੂ ਦੇ ਸਿੱਖ ਹੁੰਦੇ ਸੀ, ਗੁਰੂ ਦੀਆਂ ਸਿੱਖਾਂ ਨੂੰ ਆਪਣੇ ਘਰਾਂ 'ਚ ਲੰਗਰ ਛਕਾਉਂਦਾ ਸੀ ਅਤੇ ਆਪਣੀਆਂ ਜਿਹੜੀਆਂ ਭਾਵਨਾਵਾਂ ਹਨ ਉਹਨਾਂ ਨੂੰ ਪੂਰੀਆਂ ਕਰਦਾ ਸੀ। ਏਕ ਬਾਰ ਤਿਨ ਕੀਨ ਪਜਾਵਾ, ਕਈ ਹਜ਼ਾਰ ਦਰਬ ਕੋ ਲਾਵਾ। ਇੱਕ ਵਾਰ ਉਹਨੇ ਕੀ ਕੀਤਾ, ਭਾਈ ਬੁੱਧੂ ਨੇ ਬੜੇ ਵੱਡੇ ਪੱਧਰ ਤੇ ਇੱਟਾਂ ਪਕਾਉਣੀਆਂ ਸ਼ੁਰੂ ਕੀਤੀਆਂ ਤੇ ਬਹੁਤ ਜ਼ਿਆਦਾ ਦਰਬ ਜਿਹੜਾ ਖਰਚ ਹੈ ਉਹਦੇ ਵਿੱਚ ਇਨਵੈਸਟ ਲਗਾ ਦਿੱਤਾ ਹੈ। ਬ੍ਰਿੰਦ ਮਜੂਰ ਕਾਰ ਕੇ ਕਰਤੇ, ਈਂਧਨ ਅਧਿਕ ਈਂਟ ਕਾ ਧਰਤੇ। ਬੜੀ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਲਗਾ ਦਿੱਤੇ ਨੇ, ਇੱਟਾਂ ਪਕਾਉਂਦੇ ਨੇ, ਦੂਰੋਂ ਦੂਰੋਂ ਇੱਟਾਂ ਲਿਆਉਂਦੇ ਨੇ, ਬੜੀ ਜ਼ਿਆਦੀ ਲੱਕੜ ਹੈ ਜਿਹੜੀ ਭਾਈ ਬੁੱਧੂ ਨੇ ਇਕੱਠੀ ਕਰ ਲਈ ਹੈ। ਗਿਰ ਸਮ ਉੱਚੇ ਕੀਨ ਕਕੀਨਾ, ਰਹੇ ਸਕੇਲਤ ਬਹੁਤ ਮਹੀਨਾ। ਕਈ ਮਹੀਨੇ ਮਜ਼ਦੂਰ ਲੱਗੇ ਰਹੇ, ਇੰਨੀਆਂ ਇੱਟਾਂ ਪਕਾਈਆਂ ਜਿਵੇਂ ਪਹਾੜ ਲੱਗ ਜਾਂਦੇ ਨੇ ਨਾ ਕੱਚੀਆਂ ਇੱਟਾਂ ਦੇ, ਇਵੇਂ ਉਹਨਾਂ ਨੇ ਪਹਾੜ ਵਰਗਾ ਕੰਮ ਕਰ ਦਿੱਤਾ ਹੈ। ਲਾਗਤ ਲੱਗਿਓ ਅਦਕ ਹੀ ਦਰਬਾ, ਲੀਨ ਬਨਕ ਤੇ ਰਿਨ ਕਰ ਸਰਬਾ। ਬਹੁਤ ਜ਼ਿਆਦਾ ਪੈਸਾ ਭਾਈ ਬੁੱਧੂ ਨੇ ਵਿਆਜ ਤੇ ਲੈ ਲਿਆ। ਇੱਕ ਬਣੀਆਂ ਸੀ, ਉਸ ਤੋਂ ਬੜਾ ਜ਼ਿਆਦਾ ਪੈਸਾ ਹੈ ਜਿਹੜਾ, ਜੋ ਵੀ ਉੱਥੇ ਪੈਸੇ ਦੇਣ ਵਾਲਾ ਸੀ, ਬੜਾ ਜ਼ਿਆਦਾ ਪੈਸਾ ਵਿਆਜੀ ਚੁੱਕ ਲਿਆ ਹੈ। ਬਿਕਹਿ ਈਟ ਕਾ ਦੇਬੋ ਤੋਹੇ, ਕੇਤਿਕ ਮਾਸ ਮੈਂ ਇਹੋ ਸਿੱਧ ਹੋਏ। ਜਿਸ ਤੋਂ ਪੈਸਾ ਲਿਆ ਉਸ ਨੂੰ ਇਹ ਗੱਲ ਕਹਿ ਦਿੱਤੀ, ਭਾਈ ਮੈਂ ਇਹ ਜਿਹੜਾ ਪੈਸਾ ਹੈ ਇੱਟਾਂ ਤੇ ਲਗਾ ਰਿਹਾ ਹਾਂ, ਜਦੋਂ ਵੀ ਇੱਟਾਂ ਪੱਕ ਜਾਣਗੀਆਂ ਮੈਨੂੰ ਮੁਨਾਫਾ ਹੋਏਗਾ, ਤੁਹਾਡਾ ਸਾਰਾ ਹੀ ਪੈਸਾ ਮੈਂ ਵਾਪਸ ਮੋੜ ਦਿਆਂਗਾ। ਦਰਬ ਉਧਾਰੋ ਲੇਕਰ ਸੋਈ, ਦੇਤ ਮਜੂਰ ਮਜੂਰੀ ਓਈ। ਪੈਸੇ ਉਧਾਰੇ ਲੈ ਲੈਂਦਾ ਸੀ, ਜਿੰਨੇ ਵੀ ਮਜ਼ਦੂਰ ਆਉਂਦੇ ਸਨ ਸਾਰਿਆਂ ਮਜ਼ਦੂਰਾਂ ਨੂੰ ਦਿਹਾੜੀ ਵੀ ਦੇਣੀ ਹੁੰਦੀ ਹੈ, ਮਜ਼ਦੂਰੀ ਵੀ ਦਿੰਦਾ ਸੀ, ਉਹਨਾਂ ਪੈਸਿਆਂ ਵਿੱਚੋਂ ਹੀ ਦੇ ਦਿੰਦਾ ਸੀ। ਨਰ ਸਹਸਰੀ ਕਾਰ ਕਮਾਵੇਂ, ਸੰਧਿਆ ਹੋਏ ਦਿਹਾੜੀ ਪਾਵੇਂ। ਕਵੀ ਸੰਤੋਖ ਸਿੰਘ ਜੀ ਦੱਸਦੇ ਹਨ, ਕਹਿੰਦੇ ਬਹੁਤ ਜ਼ਿਆਦਾ ਹਜ਼ਾਰਾਂ ਹੀ ਦਿਹਾੜੀਆਂ ਮਨੁੱਖਾਂ ਦੀਆਂ ਬਣ ਗਈਆਂ, ਬਹੁਤ ਵੱਡੀ ਗਿਣਤੀ ਵਿੱਚ ਇੱਟਾਂ ਪਕਾ ਰਹੇ ਨੇ ਤੇ ਸ਼ਾਮੀ ਹੋਣ ਤੇ ਸਾਰਿਆਂ ਨੂੰ ਦਿਹਾੜੀ ਦਿੱਤੀ ਜਾਂਦੀ ਹੈ। ਕੇਤਕ ਮਾਸ ਮੈਂ ਕੀਨ ਮਹਾਨਾ, ਅਗਨ ਲਾਇਪੇ ਕੋ ਮਨ ਜਾਨਾ। ਹੁਣ ਜਦੋਂ ਇੱਟਾਂ ਦੇ ਪਜਾਵੇ ਲੱਗ ਗਏ,
ਭਾਈ ਬੁੱਧੂ ਨੇ ਸੋਚਿਆ ਹੁਣ ਇਹਨਾਂ ਨੂੰ ਅੱਗ ਲਾ ਕੇ ਪਕਾਇਆ ਜਾਏ। ਇੱਟਾਂ ਜੋੜ ਲਈਆਂ ਹਨ, ਹੁਣ ਹਿਰਦੇ ਦੇ ਵਿੱਚ ਸੋਚਿਆ ਹੈ, ਮਨ ਵਿੱਚ ਫੁਰਨਾ ਆਇਆ ਹੈ, ਹੁਣ ਇਹਨਾਂ ਨੂੰ ਅੱਗ ਲਗਾ ਕੇ ਪਕਾਇਆ ਜਾਏ। ਬੁੱਧੂ ਕਰ ਵਿਚਾਰ ਔਰ ਨੀਕੇ, ਪ੍ਰਥਮ ਪੂਜੀਐ ਪਦ ਗੁਰ ਜੀ ਕੇ। ਭਾਈ ਬੁੱਧੂ ਨੇ ਮਨ ਵਿੱਚ ਵਿਚਾਰ ਕੀਤੀ, ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਜਾਂ ਉਹਨਾਂ ਦੇ ਚਰਨ ਪੂਜਣੇ ਚਾਹੀਦੇ ਹਨ। ਇਹ ਜਿਹੜੇ ਦੇਸ਼ ਅਸੀਂ ਬੈਠੇ ਹਾਂ, ਇਹਨੂੰ ਧਾਰਮਿਕ ਦੇਸ਼ ਕਿਹਾ ਜਾਂਦਾ ਹੈ। ਇੱਥੇ ਭਾਵੇਂ ਕੋਈ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੈ, ਜੈਸੇ ਵੀ ਉਹਦੇ ਇਸ਼ਟ ਨੇ ਉਹਨਾਂ ਅੱਗੇ ਉਹ ਪੂਜਾ ਕਰਦਾ ਹੈ ਅਤੇ ਸਾਰਿਆਂ ਨੂੰ ਸਾਰੇ ਮੁਬਾਰਕ ਹਨ। ਉਹ ਆਪਣੇ ਆਪਣੇ ਇਸ਼ਟ ਦੇ ਅੱਗੇ ਜਾ ਕੇ ਪੂਜਾ ਕਰਦੇ ਹਨ। ਉਹ ਵੀ ਕਹਿੰਦਾ ਹੈ ਮੈਨੂੰ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਕਿਉਂਕਿ ਬੜਾ ਜ਼ਿਆਦਾ ਪੈਸਾ ਲਗਾਇਆ ਹੈ ਅਤੇ ਜਿਹੜਾ ਮੇਰਾ ਇਹ ਕਾਰਜ ਹੈ ਇਹ ਸੰਪੂਰਨ ਹੋ ਜਾਵੇ। ਹੋਏ ਨਿਰਵਿਘਨ ਸੋ ਕਾਜ ਸਮਾਪਤ, ਇਹੋ ਮਹਿਮਾ ਸਤ ਸੰਗਤ ਭਾਖਤ। ਕਹਿੰਦਾ ਹੈ ਸਤ ਸੰਗਤ ਵਿੱਚ ਜਦੋਂ ਵੀ ਜਾਈਏ ਇਹੀਓ ਗੱਲ ਕਹੀ ਜਾਂਦੀ ਹੈ, ਜੇ ਸਤਿਗੁਰ ਅੱਗੇ ਬੇਨਤੀ ਕਰੀਏ ਕਾਰਜ ਨਿਰਵਿਘਨਤਾ ਸਹਿਤ ਪੂਰੇ ਹੁੰਦੇ ਹਨ। ਜੇ ਪਰਮਾਤਮਾ ਨੂੰ ਯਾਦ ਰੱਖੀਏ ਫਿਰ ਵਿਘਨ ਕੋਈ ਨਹੀਂ ਲੱਗਦਾ। ਐਸੀ ਮਹਿਮਾ ਭਾਈ ਬੁੱਧੂ ਨੇ ਸਤ ਸੰਗਤ ਦੇ ਵਿੱਚੋਂ ਸੁਣੀ ਹੋਈ ਹੈ। ਇਮ ਮਨ ਠਾਨ ਕੀਨ ਪ੍ਰਸਥਾਨਾ, ਰਾਮਦਾਸਪੁਰ ਦਿਸ ਗੁਰ ਜਾਨਾ। ਮਨ ਵਿੱਚ ਇਹ ਧਾਰਨ ਕਰ ਲਿਆ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਨਗਰ ਅੰਮ੍ਰਿਤਸਰ, ਉੱਥੇ ਜਾਣ ਦੀ ਸੋਚ ਲਈ ਹੈ। ਮਦ ਮੈਂ ਨਿਸਬਸ ਪਹੁੰਚਿਓ ਆਏ, ਨੀਰ ਕੂਪ ਸੋ ਪ੍ਰਥਮ ਨਹਾਏ। ਇੱਕ ਰਾਤ ਰਾਹ ਵਿੱਚ ਰਹਿ ਕੇ ਫਿਰ ਭਾਈ ਬੁੱਧੂ ਜੀ ਨੇ ਪਹਿਲਾਂ ਸਵੇਰੇ ਖੂਹ ਤੋਂ ਇਸ਼ਨਾਨ ਕੀਤਾ ਹੈ। ਅੰਮ੍ਰਿਤਸਰ ਮਹਿ ਕੀਨ ਸਨਾਨਾ, ਜਪਜੀ ਪਾਠ ਸੋ ਪ੍ਰੇਮ ਬਖਾਨਾ। ਫਿਰ ਭਾਈ ਬੁੱਧੂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ। ਐਸਾ ਸਰੋਵਰ ਜਿਸ ਦੇ ਵਿੱਚ ਇਸ਼ਨਾਨ ਕੀਤਿਆਂ ਮਨੁੱਖ ਦੇ ਲੱਖਾਂ ਹੀ ਰੋਗ ਦੂਰ ਹੋ ਜਾਂਦੇ ਨੇ। ਬੜੀ ਵਾਰੀ ਇਹ ਵੀ ਗੱਲ ਸੁਣਨ ਵਿੱਚ ਆਉਂਦੀ ਹੈ, ਲੋਕੀ ਇਹ ਕਹਿੰਦੇ ਹਨ ਅੱਜ ਦੀ ਇਹ ਮਹਾਮਾਰੀ ਚੱਲ ਰਹੀ ਹੈ ਕਿ ਉੱਥੋਂ ਅਸੀਂ ਇਸ਼ਨਾਨ ਕਰਾਂਗੇ ਠੀਕ ਹੋ ਜਾਵਾਂਗੇ। ਸਾਧ ਸੰਗਤ ਗੱਲ ਵਿਸ਼ਵਾਸ ਤੇ ਸ਼ਰਧਾ ਦੀ ਹੈ। ਜਦੋਂ ਮਨੁੱਖ ਦੇ ਸ਼ਰਧਾ ਦਾ ਮਤਲਬ ਇਹ ਨਹੀਂ ਹੁੰਦਾ ਮੇਰੇ ਮਨ ਵਿੱਚ ਮੈਂ ਕਹੀ ਜਾਂ ਮੇਰੇ ਅੰਦਰ ਸ਼ਰਧਾ ਹੈ, ਨਹੀਂ। ਸ਼ਰਧਾ ਉਪਜਦੀ ਹੈ ਸਮਝ ਤੋਂ। ਜਿਵੇਂ ਜਿਵੇਂ ਜਿਹੜੀ ਭਗਤੀ ਹੁੰਦੀ ਹੈ ਇਹ ਵੇਲ ਹੁੰਦੀ ਹੈ। ਕਰਮ ਫਲ ਹੁੰਦੇ ਨੇ, ਕਰਮ ਫੁੱਲ ਹੁੰਦੇ ਨੇ, ਫਲ ਗਿਆਨ ਹੁੰਦਾ ਹੈ। ਜਿਵੇਂ ਜਿਵੇਂ ਮਨੁੱਖ ਅਰਾਧਨਾ ਕਰਦਾ ਹੈ, ਮੈਂ ਫਿਰ ਬੇਨਤੀ ਕਰਾਂ, ਪਹਿਲੇ ਤੌਰ ਤੇ ਮਨੁੱਖ ਗੁਰਦੁਆਰੇ ਮੰਦਰ ਮਸਜਿਦ ਜਾਏ। ਇਹ ਜ਼ਰੂਰੀ ਨਹੀਂ ਜਿਹੜਾ ਰੋਜ਼ ਮੰਦਰ ਜਾਂਦਾ ਹੈ, ਰੋਜ਼ ਮਸਜਿਦ ਜਾਂਦਾ ਹੈ, ਉਸ ਨੂੰ ਪਰਮਾਤਮਾ ਤੇ ਵਿਸ਼ਵਾਸ ਵੀ ਹੋਏਗਾ, ਇਹ ਜ਼ਰੂਰੀ ਨਹੀਂ ਹੈ। ਵਿਸ਼ਵਾਸ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਇਹਨੂੰ ਗੁਰਬਾਣੀ ਕਹਿੰਦੀ ਹੈ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਹਦੇ ਅੰਦਰ ਤੇ ਤਤਵ ਗਿਆਨ ਆ ਜਾਂਦਾ ਹੈ, ਉਹਦੀ ਸਮਝ ਬੜੀ ਵੱਡੀ ਹੋ ਜਾਂਦੀ ਹੈ। ਐਸੇ ਮਨੁੱਖ ਵਿਰਲੇ ਨੇ ਜਿਨ੍ਹਾਂ ਅੰਦਰ ਪਰਮੇਸ਼ਰ ਦਾ ਵਿਸ਼ਵਾਸ ਹੋਏ। ਹਾਂ, ਬਾਣੀ ਇਹ ਕਹਿੰਦੀ ਹੈ ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਸੁਣ ਕੇ ਸਾਰੇ ਕਹਿ ਦਿੰਦੇ ਨੇ ਪਰਮੇਸ਼ਰ ਬੜਾ ਵੱਡਾ ਹੈ। ਉਹ ਕਿੱਡਾ ਵੱਡਾ ਹੈ ਇਹ ਤੇ ਸੁਰਤ ਦੇ ਰਾਹ ਤੇ ਜਦੋਂ ਤੁਰਾਂਗੇ ਉਦੋਂ ਹੀ ਪਤਾ ਲੱਗਣਾ ਹੈ, ਉਹ ਤੋਂ ਪਹਿਲਾਂ ਨਹੀਂ ਲੱਗਣਾ। ਠੀਕ ਹੈ, ਉਹਦੇ ਅਰਥ ਕੋਈ ਦਾਨ ਦਿੰਦਾ ਹੈ, ਉਹਦੇ ਅਰਥ ਕੋਈ ਨਾਮ ਜਪਦਾ ਹੈ, ਕੋਈ ਵੀ ਕੰਮ ਕਰੇ ਉਹਦਾ ਫਲ ਉਹਨੂੰ ਜ਼ਰੂਰ ਮਿਲੇਗਾ। ਭਾਵੇਂ ਪਰਮਾਤਮਾ ਦਾ ਪਤਾ ਕੁਛ ਨਹੀਂ ਉਹ ਕਿੱਥੇ ਰਹਿੰਦਾ ਹੈ, ਪਰ ਉਹਦੀ ਯਾਦ ਦੇ ਵਿੱਚ ਜੋ ਵੀ ਕਰਮ ਕਰਾਂਗੇ ਉਸ ਕਰਮ ਦਾ ਫਲ ਜ਼ਰੂਰ ਮਿਲਦਾ ਹੈ। ਇਸ ਕਰਕੇ ਪਰਮਾਤਮਾ ਦੇ ਅਰਥ ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ, ਗੁਰਦੁਆਰੇ ਸੇਵਾ ਕਰਦੇ ਹਾਂ, ਬਾਹਰ ਵੀ ਸੇਵਾਵਾਂ ਕਰਦੇ ਹਾਂ, ਜਿੱਥੇ ਵੀ ਅਸੀਂ ਸੇਵਾ ਕਰਦੇ ਹਾਂ ਅਰਥ ਪਰਮਾਤਮਾ ਦਾ ਹੈ। ਪਰਮਾਤਮਾ ਨੂੰ ਮੁੱਖ ਰੱਖ ਕੇ ਕਰਦੇ ਹਾਂ, ਉਹਦਾ ਫਲ ਮਨੁੱਖ ਨੂੰ ਜ਼ਰੂਰ ਮਿਲਦਾ ਹੈ। ਜੋ ਭਾਈ ਬੁੱਧੂ ਹੈ ਉਸ ਨੇ ਵੀ ਮਨ ਵਿੱਚ ਇਹੀ ਸੋਚਿਆ ਮੈਂ ਸਤਿਗੁਰੂ ਜੀ ਅੱਗੇ ਬੇਨਤੀ ਕਰਾਂ, ਅਰਦਾਸ ਕਰਾਂ।
ਸੋ ਅੰਮ੍ਰਿਤਸਰ ਸਾਹਿਬ ਦਾ ਜੋ ਪਾਵਨ ਸਰੋਵਰ ਹੈ, ਜੇ ਅੱਜ ਵੀ ਕੋਈ ਉੱਥੇ ਵਿਸ਼ਵਾਸ ਧਰ ਕੇ, ਵਿਸ਼ਵਾਸ ਦਾ ਮਤਲਬ ਸਮਝ ਧਰ ਕੇ, ਇੰਨੀ ਉਹਦੇ ਅੰਦਰ ਸ਼ਰਧਾ ਹੋਏ, ਫਿਰ ਉਹਦੀ ਜਿਹੜੀ ਅਰਦਾਸ ਉਹ ਜ਼ਰੂਰ ਪੂਰੀ ਹੁੰਦੀ ਹੈ। ਕਾਰਨ ਕੀ? ਕਿਉਂਕਿ ਪਰਮਾਤਮਾ ਦਾ ਸੁਭਾਅ ਹੈ ਐਸਾ। ਪਰਮਾਤਮਾ ਦਾ ਸੁਭਾਅ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਨੇ ਲਿਖਿਆ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਬਿਰਧ ਦਾ ਮਤਲਬ ਹੁੰਦਾ ਸੁਭਾਅ। ਜਿਵੇਂ ਅਸੀਂ ਕਹਿੰਦੇ ਹਾਂ ਮੇਰਾ ਇੱਕ ਸੁਭਾਅ ਹੈ, ਆਪ ਜਿੰਨੇ ਇੱਥੇ ਬੈਠੇ ਹੋ ਸਾਰਿਆਂ ਦਾ ਸੁਭਾਅ ਹੈ। ਕਿਸੇ ਦਾ ਸੁਭਾਅ ਗੁੱਸੇ ਵਾਲਾ ਹੈ, ਕਿਸੇ ਦਾ ਤੇਜ਼ੀ ਵਾਲਾ ਹੈ, ਕਿਸੇ ਦੀ ਬਿਰਤੀ ਚੋਰਾਂ ਵਾਲੀ ਹੈ, ਕਿਸੇ ਦੀ ਲੋਭ ਵਾਲੀ ਹੈ। ਆਪੋ ਆਪਣਾ ਸੁਭਾਅ ਹੈ, ਆਪੋ ਆਪਣੀਆਂ ਬਿਰਤੀਆਂ ਨੇ। ਪਰ ਪ੍ਰਮਾਤਮਾ ਦਾ ਸੁਭਾਅ ਕੈਸਾ ਹੈ? ਜੋ ਉਹਦੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਗਲ ਲਾ ਲੈਂਦਾ ਹੈ। ਪਰ ਪ੍ਰਮਾਤਮਾ ਐਸਾ ਹੈ, ਉਹ ਜਿਹੜਾ ਦਿਮਾਗ ਨਾਲ ਸ਼ਰਨ ਵਿੱਚ ਆਇਆ ਉਹਨੂੰ ਨਹੀਂ ਵਿੰਦਾ। ਪ੍ਰਮਾਤਮਾ ਦੇ ਦਰ 'ਤੇ ਕਬੂਲ ਹੁੰਦਾ ਹੈ ਦਿਲ। ਕਿ ਦਿਲ ਦੇ ਵਿੱਚ ਵੀ ਉਹਦੀ ਸ਼ਰਧਾ ਹੈ ਕਿ ਨਹੀਂ ਹੈ। ਜਦੋਂ ਮਨੁੱਖ ਸ਼ੁਰੂ ਵਿੱਚ ਤਰਦਾ ਹੈ, ਦਿਮਾਗੀ ਤੌਰ 'ਤੇ ਚੱਲਦਾ ਹੈ ਪ੍ਰਮਾਤਮਾ ਨਾਲ। ਜਿਵੇਂ ਜਿਵੇਂ ਤੁਰੀ ਜਾਏਗਾ ਬੁੱਧੀ ਖਤਮ ਹੁੰਦੀ ਜਾਏਗੀ, ਕਿਉਂਕਿ ਉਹਨੂੰ ਪਤਾ ਲੱਗ ਜਾਣਾ ਹੈ ਬੁੱਧੀ ਦੀ ਇੱਥੇ ਲੋੜ ਹੀ ਨਹੀਂ, ਉਹ ਬੜਾ ਵੱਡਾ ਹੈ। ਮੈਂ ਕਈ ਵਾਰੀ ਸੋਚਦਾ ਹਾਂ, ਦੁਨੀਆ ਦੇ ਜਿੰਨੇ ਵੀ ਤਕਰੀਬਨ ਵੱਡੇ ਸਾਇੰਸਦਾਨ ਹੋਏ ਨੇ, ਆਇਨਸਟਾਈਨ ਉਹਨਾਂ ਵਿੱਚੋਂ ਇੱਕ ਹੈ ਜਿਹੜਾ ਬਹੁਤ ਵੱਡਾ ਦੁਨੀਆ ਦੇ ਵਿੱਚ, ਜਿਹਨੂੰ ਦਿਮਾਗ ਦੀ ਸਿਖਰ ਮੰਨਿਆ ਜਾਂਦਾ ਹੈ। ਚਲੋ ਦਿੱਤਾ ਹੋਇਆ ਪ੍ਰਮਾਤਮਾ ਦਾ ਹੈ। ਤਕਰੀਬਨ ਇਸ ਤੋਂ ਬਾਅਦ ਆਇਨਸਟਾਈਨ ਹੈ ਇੱਕ ਸਾਇੰਸਦਾਨ। ਜਿਵੇਂ ਜਿਵੇਂ ਉਹ ਅੰਤ ਦੇ ਵਿੱਚ ਆਪਣੇ ਜੀਵਨ ਕਾਲ 'ਚ ਆਉਂਦੇ ਗਏ, ਉਹਨਾਂ ਦੀ ਆਟੋਬਾਇਓਗ੍ਰਾਫੀ ਦੇ ਵਿੱਚ, ਉਹਨਾਂ ਦੀ ਜਿਹੜੀ ਆਪਣੀ ਬਾਇਓਗ੍ਰਾਫੀ ਹੈ, ਆਪਣੀ ਜੀਵਨ ਹੈ ਜਿਹੜਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜੋ ਪਰਮਾਤਮਾ ਹੈ, ਸਾਡੀ ਬੁੱਧੀ ਨੇ ਉਹਨੂੰ ਪੂਰਨ ਰੂਪ 'ਚ ਜਾਣਿਆ ਨਹੀਂ। ਔਰ ਇਹ ਕਹਿ ਕੇ ਉਹ ਜਾਂਦੇ ਹਨ, ਬੜੀਆਂ ਸੰਭਾਵਨਾਵਾਂ ਜੁੜੀਆਂ ਹੋਈਆਂ ਨੇ ਪਰਮਾਤਮਾ ਦੇ ਵਿੱਚ, ਉਸ ਦਾ ਪਾਰ ਅਸੀਂ ਕਦੀ ਨਹੀਂ ਪਾ ਸਕਦੇ। ਵੇਖੋ, ਕਰਮ ਸਾਰੀ ਉਮਰ ਤਰਕ ਦਾ ਕੀਤਾ, ਅੰਤ ਦੇ ਵਿੱਚ ਰਹੱਸ ਵਿੱਚ ਖਤਮ ਹੋ ਗਏ। ਅੰਤ ਦੇ ਵਿੱਚ ਉਹ ਇਹ ਕਹਿ ਕੇ ਗਏ, ਇਹ ਬੜਾ ਵੱਡਾ ਰਹੱਸ ਹੈ ਜਿਹਨੂੰ ਪੂਰਨ ਰੂਪ ਵਿੱਚ ਜਾਣਿਆ ਨਹੀਂ ਜਾ ਸਕਦਾ। ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੋ ਤੁਧ ਭਾਵੈ ਸਾਈ ਭਲੀਕਾਰ। ਇਹ ਰਹੱਸ ਦੀ ਸ਼ਿਖਰ ਹੈ। ਇਹ ਉਦੋਂ ਮਨੁੱਖ ਕਹੇਗਾ ਜਦੋਂ ਆਪਣੀ ਬੁੱਧੀ ਦਾ ਜ਼ੋਰ ਖਤਮ ਹੋ ਜਾਏਗਾ। ਜਿਹਨੂੰ ਮਹਾਰਾਜ ਕਹਿੰਦੇ ਨੇ, ਮਲ ਹਉਮੈ ਕੱਢੈ ਧੋਏ, ਗੁਰਮੁਖ ਗੁਣ ਵਿਹਾਜੀਐ, ਮਲ ਹਉਮੈ ਕੱਢੈ ਧੋਏ। ਆਪਣੀ ਜਿਹੜੀ ਅੰਦਰ ਦੀ ਹਉਮੈ ਹੈ ਉਹ ਖਤਮ ਹੋ ਜਾਏਗੀ। ਉੱਥੇ ਜਾ ਕੇ ਸਿਰਫ ਰਹੱਸ ਰਹਿ ਜਾਏਗਾ। ਅੱਜ ਮੈਂ ਇੱਕ ਜਗ੍ਹਾ ਬੇਨਤੀ ਇਹੀ ਕਰ ਰਿਹਾ ਸੀ, ਮੈਂ ਭਾਈ ਇਹ ਜਿਹੜਾ ਸਮਾਂ ਚੱਲ ਰਿਹਾ ਹੈ, ਇਸ ਦੇ ਵਿੱਚ ਮਨੁੱਖਾ ਜਾਤੀ ਨੇ ਜਿੰਨੀਆਂ ਕੁ ਆਪਣੀ ਸਮਝ ਦੇ ਹਿਸਾਬ ਨਾਲ ਜਿਹਨੂੰ ਸਮਝ ਆ ਰਹੀ ਹੈ, ਉਨੀਆਂ ਕੋ ਦਵਾਈਆਂ ਦੱਸ ਰਿਹਾ ਹੈ, ਕੋਈ ਹੋਰ ਇਲਾਜ ਦੱਸ ਰਿਹਾ, ਜਿਹਨੂੰ ਸਮਝ ਹੈ। ਪਰ ਕਿਸੇ ਦੀ ਵੀ ਸਮਝ ਪੂਰਨ ਨਹੀਂ ਹੈ, ਇਹ ਗੱਲ ਨੋਟ ਰੱਖਣਾ। ਜੇ ਅਸੀਂ ਕਹਿ ਦਈਏ ਕਿਸੇ ਦੀ ਵੀ ਸਮਝ ਦੁਨੀਆ 'ਤੇ ਪੂਰਨ ਹੈ, ਨਹੀਂ, ਹਰੇਕ ਹੀ ਅਪੂਰਨ ਹੈ, ਪੂਰਨ ਨਹੀਂ ਹੈ ਕੋਈ। ਬਾਣੀ ਇਹ ਕਹਿੰਦੀ ਹੈ, ਪੂਰਾ ਇੱਕ ਹੀ ਹੈ। ਕੌਣ? ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ। ਉਹ ਇੱਕ ਪੂਰਾ ਹੈ। ਜਿੰਨੀਆਂ ਵੀ ਡਾਕਟਰੀ ਤੌਰ 'ਤੇ ਰਿਸਰਚਾਂ ਹੋਣਗੀਆਂ, ਅਪੂਰਨ ਰਹਿਣਗੀਆਂ, ਪੂਰਨ ਕਦੇ ਨਹੀਂ ਹੋਣਗੀਆਂ। ਇਸ ਕਰਕੇ ਮਨੁੱਖ ਆਪਣੇ ਤੌਰ 'ਤੇ ਯਤਨ ਕਰ ਰਿਹਾ ਹੈ। ਮਾਸਕਿੰਗ ਕਰਦੇ ਹਾਂ, ਸੈਨੀਟਾਈਜ਼ਰ ਵਰਤ ਰਹੇ ਹਾਂ, PP ਕਿਟਸ ਵਰਤ ਰਹੇ ਹਾਂ। ਇਹ ਸਾਰੀਆਂ ਸਿਆਣਪਾਂ ਹਨ। ਚਲੋ ਕਿਸੇ ਤੌਰ 'ਤੇ ਇਹ ਸਿਆਣਪ ਵੀ ਰੱਬ ਨੇ ਹੀ ਬਖਸ਼ੀ ਹੈ, ਕਿਉਂਕਿ ਬੁੱਧੀ ਵੀ ਤਾਂ ਉਹਨੇ ਹੀ ਦਿੱਤੀ ਹੈ। ਇਹ ਸਿਆਣਪ ਵੀ ਉਹਨੇ ਹੀ ਦਿੱਤੀ ਹੋਈ ਹੈ, ਪਰਮਾਤਮਾ ਦੀ ਦਿੱਤੀ ਹੋਈ ਸਿਆਣਪ ਹੈ। ਪਰ ਯਾਦ ਰੱਖਣਾ, ਇਹਨਾਂ ਸਿਆਣਪਾਂ ਦੇ ਨਾਲ ਮਨੁੱਖ ਸਦੀਵੀ ਕਾਲ ਰਹੀ ਇਸ ਚੀਜ਼ਾਂ ਨਾਲ ਲੜ ਨਹੀਂ ਸਕੇਗਾ। ਦਵਾਈਆਂ ਤੇ ਸਾਰੀਆਂ ਬਿਮਾਰੀਆਂ ਦੀਆਂ ਨੇ, ਕਿ ਜਦੋਂ ਮਨੁੱਖ ਬਿਮਾਰ ਹੁੰਦਾ ਹੈ ਕਿ ਦਵਾਈ ਦਿੰਦੇ ਆ ਉਹ ਠੀਕ ਹੋ ਜਾਂਦਾ ਹੈ? ਨਹੀਂ ਹੁੰਦਾ। ਬਾਣੀ ਵਿੱਚ ਮਹਾਰਾਜ ਇਹ ਗੱਲ ਕਹਿੰਦੇ ਹਨ। ਮੈਂ ਬੜੀ ਵਾਰੀ ਇਸ ਸ਼ਲੋਕ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਕੀਤੀ ਹੈ। ਸਾਹਿਬ ਜੀ ਕਹਿੰਦੇ ਨੇ, ਇੱਕ ਵਾਰੀ ਇੱਕ ਹਿਰਨ ਨੂੰ ਮਾਰਨ ਵਾਸਤੇ ਇੱਕ ਸ਼ਿਕਾਰੀ ਖੜਾ ਹੋ ਗਿਆ। ਇੱਥੋਂ ਯਾਦ ਰੱਖਣਾ, ਮਾਰਨ ਵਾਲਾ ਵੱਡਾ ਨਹੀਂ ਹੁੰਦਾ, ਬਚਾਉਣ ਵਾਲਾ ਵੱਡਾ ਹੁੰਦਾ।
ਬਾਣੀ ਇਹ ਕਹਿੰਦੀ ਹੈ ਚਾਰੋਂ ਤਰਫ ਤੋਂ ਮਾਰਨ ਵਾਲੇ ਖਲੋਤੇ ਹੋਣ, ਚਾਰੋਂ ਤਰਫ ਮਨੁੱਖ ਰਹਿ ਹੀ ਕਰੋਨਾ ਵਾਰਡ 'ਚ ਰਿਹਾ ਹੋਏ। ਪਰ ਯਾਦ ਰੱਖਣਾ, ਜਦੋਂ ਤਾਈਂ ਉਹ ਚਾਹੁੰਦਾ ਹੈ ਉਦੋਂ ਤਾਈਂ ਇਸ ਦੇ ਸਵਾਸ ਨਹੀਂ ਕੋਈ ਖਿੱਚ ਸਕਦਾ। ਇਹਨਾਂ ਕੀੜਿਆਂ ਦੀ ਤੇ ਕੀ ਜ਼ਰੂਰਤ ਹੈ, ਕਿਉਂਕਿ ਸਾਰਾ ਕੁਝ ਤੇ ਉਹਦੇ ਹੱਥ ਵਿੱਚ ਹੈ। ਬਾਣੀ ਕਹਿੰਦੀ ਮਿਰਗ ਨੂੰ ਮਾਰਨ ਵਾਸਤੇ ਸ਼ਿਕਾਰੀ ਨੇ ਬਾਣ ਕੱਸ ਲਿਆ, ਇੱਕ ਬੰਨੇ ਅੱਗ ਲਗਾ ਦਿੱਤੀ, ਦੂਜੇ ਬੰਨੇ ਕਿਉਂਕਿ ਵਿੱਚ ਮਿਰਗ ਸੀ, ਇੱਕ ਬੰਨੇ ਅੱਗ ਲਗਾਈ, ਦੂਜੇ ਬੰਨੇ ਉਸਨੇ ਜਾਲ ਵਿਛਾ ਦਿੱਤਾ, ਤੀਜੇ ਬੰਨੇ ਆਪਣਾ ਕੁੱਤਾ ਰੱਖ ਦਿੱਤਾ, ਸ਼ਿਕਾਰੀ ਕੁੱਤਾ ਸੀ, ਚੌਥੇ ਬੰਨੇ ਆਪ ਖਲੋ ਗਿਆ। ਜਦੋਂ ਬਾਣੀ ਕਹਿੰਦੀ ਮ੍ਰਿਗੀ ਪੇਖੰਤ ਬੱਧਿਕ ਪ੍ਰਾਹੇਣ ਲਖ ਆਵਦਹ ਅਹੋ ਜਸਯ ਰਖੇਣ ਗੋਪਾਲਹ ਨਾਨਕ ਰੋਮ ਨਾ ਛੇਦਯਤੇ, ਕਹਿੰਦੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜਿਸ ਨੂੰ ਬਚਾਉਣ ਵਾਲਾ ਪਰਮਾਤਮਾ ਹੈ, ਜਦੋਂ ਤਾਈਂ ਉਹਨੇ ਰੱਖਣਾ ਹੈ। ਹੁਣ ਜਦੋਂ ਉਹਨੇ ਸਾਰੇ ਬੰਨਿਆਂ ਤੋਂ ਬਣਾ ਲਿਆ, ਸ਼ਿਕਾਰੀ ਬੜਾ ਖੁਸ਼ ਹੈ, ਮੈਂ ਹਿਰਨ ਮਾਰ ਦੇਣਾ ਹੈ। ਰੱਬ ਦੀ ਨੇਤ ਹਵਾ ਚੱਲੀ, ਹਵਾ ਨੇ ਫੜ ਕੇ ਅੱਗ ਜਿਹੜੀ ਲੱਗੀ ਹੋਈ ਸੀ, ਜਾਲ ਉੱਡਿਆ, ਅੱਗ ਦੇ ਵਿੱਚ ਡਿੱਗ ਗਿਆ। ਇੰਨੀ ਦੇਰ ਦੇ ਵਿੱਚ ਥੱਲੋਂ ਪਾਣੀ ਪਿਆ, ਬਰਸਾਤ ਆ ਗਈ, ਪਾਣੀ ਥੱਲੇ ਬਿੱਲ ਸੀ, ਸੱਪ ਦੀ ਖੁੱਡ ਸੀ, ਉਹਦੇ ਵਿੱਚ ਪਿਆ ਸੱਪ ਬਾਹਰ ਆਇਆ, ਉੱਤੇ ਸ਼ਿਕਾਰੀ ਖੜਿਆ ਸੀ, ਸ਼ਿਕਾਰੀ ਨੂੰ ਵੱਢ ਗਿਆ। ਸ਼ਿਕਾਰੀ ਨੇ ਤੀਰ ਚਲਾਉਣਾ ਸੀ ਹਿਰਨ ਤੇ, ਤੀਰ ਜਾ ਕੇ ਵੱਜਾ ਸ਼ਿਕਾਰੀ ਕੁੱਤੇ ਨੂੰ, ਚਾਰੇ ਉਪਾਏ ਖਤਮ ਹੋ ਗਏ। ਇਹਨੂੰ ਸ਼ਲੋਕ ਸੰਸਕ੍ਰਿਤੀ ਦੇ ਵਿੱਚ ਗੁਰੂ ਸਾਹਿਬ ਲਿਖਦੇ ਹਨ। ਇਸ ਕਰਕੇ ਬਾਣੀ ਇਹ ਕਹਿੰਦੀ ਹੈ ਜਦੋਂ ਤਾਈਂ ਪਰਮਾਤਮਾ ਨੇ ਕਿਸੇ ਨੂੰ ਰੱਖਣਾ ਹੈ ਉਹਨੇ ਰਹਿਣਾ ਹੀ ਰਹਿਣਾ ਹੈ, ਕਿਉਂਕਿ ਜੀਵਨ ਤੇ ਮਰਨ ਉਸ ਦੇ ਹੱਥ ਵਿੱਚ ਹੈ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀਆ। ਗੁਰੂ ਜੀ ਤੇ ਇਹ ਕਹਿੰਦੇ ਨੇ ਚਿੰਤਾ ਤੋਂ ਫਰੀ ਹੋ ਕੇ ਰਹਿਣਾ ਹੈ। ਜੋ ਜਿੰਨੀ ਕੁ ਤੈਨੂੰ ਸਿਆਣਪ ਰੱਬ ਨੇ ਦਿੱਤੀ ਹੈ ਉਨੀ ਕੁ ਸਿਆਣਪ ਵਰਤ ਲੈਣੀ ਚਾਹੀਦੀ ਹੈ, ਪਰ ਸਿਆਣਪ ਕਦੇ ਵੀ ਪੂਰਨ ਨਹੀਂ ਹੁੰਦੀ। ਭਾਈ ਬੁੱਧੂ ਜੀ ਦਾ ਕਿੱਡਾ ਅਕੀਦਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ 'ਤੇ। ਪਹਿਲਾਂ ਬਾਹਰ ਖੂਹੀ 'ਚ ਇਸ਼ਨਾਨ ਕੀਤਾ, ਫਿਰ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ। ਨਿਜ ਮੰਦਰ ਮਹਿ ਬੈ ਸਤਿਗੁਰ ਬੈਸੇ, ਸਦਨ ਬੈਕੁੰਠ ਵਿਸ਼ਨ ਪ੍ਰਭ ਜੈਸੇ। ਭਾਈ ਬੁੱਧੂ ਜੀ ਨੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਬੜੇ ਪ੍ਰੇਮ ਨਾਲ। ਉਸ ਤੋਂ ਬਾਅਦ ਗੁਰੂ ਜੀ ਆਪਣੇ ਅੰਦਰ ਕਮਰੇ ਵਿੱਚ ਬੈਠੇ ਹੋਏ ਸਨ। ਭਾਈ ਬੁੱਧੂ ਜੀ ਉੱਥੇ ਪਹੁੰਚ ਗਏ ਹਨ। ਗਾਏ ਨਭਾਬੀ ਰਾਗਣ ਚਾਰੂ, ਨਿਜ ਸੁਨਬੇ ਫਲ ਪਾਏ ਉਧਾਰੂ। ਰਵਾਬੀ ਆਪਣਾ ਸੁੰਦਰ ਕੀਰਤਨ ਗਾ ਰਹੇ ਸਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਜਿਸ ਨੂੰ ਸੁਣਨ ਦੇ ਨਾਲ ਜ਼ਿੰਦਗੀ ਵਿੱਚ ਵੱਡਾ ਫਲ ਪ੍ਰਾਪਤ ਹੁੰਦਾ ਹੈ। ਧਨ ਕੋ ਢੇਰ ਅਗਾਰੀ ਭਰਿਓ, ਹੋਤ ਪ੍ਰਾਤ ਤੇ ਜੇਤਕ ਚਰਿਓ। ਬੜੇ ਵੱਡੇ ਧਨ ਜਿਹੜਾ ਹੈ ਸਵੇਰ ਦਾ ਹੀ ਚੜ੍ਹ ਰਿਹਾ ਸੀ। ਧਨ ਦਾ ਬੜਾ ਵੱਡਾ ਢੇਰ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਲੱਗਾ ਹੋਇਆ ਹੈ। ਦਾਸ ਚਮਰ ਲੈ ਸੀਸ ਟੁਰਾਵੇ, ਆਸਣ ਪਰ ਸਿਤ ਗੁਰ ਦੁੱਤ ਪਾਵੇ। ਦੋ ਸਿੱਖ ਖੜੇ ਸਨ, ਉਹ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਗੁਰੂ ਅਰਜਨ ਸਾਹਿਬ ਜੀ ਤਖਤ ਦੇ ਉੱਤੇ ਅਡੋਲ ਬਿਰਤੀ ਵਿੱਚ ਬੈਠੇ ਸਨ। ਸਿੱਖ ਸੰਗਤ ਚਾਰੋਂ ਦਿਸ ਦਰਸੈ, ਮਨ ਗਨ ਮਨੋ ਸੰਭੂ ਵਿੱਚ ਪਰਸੈ। ਵਿੱਚ ਗੁਰੂ ਜੀ ਬੈਠੇ ਨੇ, ਚਾਰੇ ਬੰਨੇ ਸੰਗਤ ਬੈਠੀ ਹੈ। ਕਵੀ ਜੀ ਅਲੰਕਾਰ ਵਰਤੇ ਹਨ, ਜਿਵੇਂ ਦੇਵਤਿਆਂ ਦੇ ਵਿੱਚ ਸ਼ਿਵ ਜੀ ਵਿਰਾਜਮਾਨ ਹੁੰਦੇ ਹਨ, ਐਵੇਂ ਗੁਰੂ ਜੀ ਸੰਗਤ ਦੇ ਵਿੱਚ ਵਿਰਾਜਮਾਨ ਹਨ। ਬੁੱਧੂ ਜਾਏ ਉਪਾਇਨ ਧਰੀ, ਤਬ ਅਰਦਾਸ ਮੇਵਰੇ ਕਰੀ। ਭਾਈ ਬੁੱਧੂ ਜੀ ਨੇ ਗੁਰੂ ਜੀ ਅੱਗੇ ਜਾ ਕੇ ਆਪਣਾ ਜੋ ਵੀ ਨਜ਼ਰਾਨਾ ਲੈ ਕੇ ਭੇਟਾ ਰੱਖੀ, ਤੇ ਅਰਦਾਸੀਏ ਜੋ ਵੀ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਉਦੋਂ ਵੀ ਹੁੰਦੇ ਸੀ, ਅਰਦਾਸੀਏ ਨੂੰ ਆਪਣੀ ਅਰਦਾਸ ਲਿਖਵਾਈ ਤੇ ਭਾਈ ਅਰਦਾਸੀਏ ਨੇ ਫਿਰ ਅਰਦਾਸ ਕੀਤੀ ਹੈ। ਸ੍ਰੀ ਗੁਰ ਜੀ ਇਹੋ ਸਿੱਖਿਆ ਤੁਮਾਰਾ, ਜਾਚਤ ਰਾਵਰ ਸਿਦਕ ਉਧਾਰਾ। ਸਤਿਗੁਰੂ ਜੀ ਮਹਾਰਾਜ ਨੂੰ ਕਹਿੰਦਾ ਹੈ ਅਰਦਾਸੀਆ, ਸਤਿਗੁਰੂ ਜੀ ਇਹ ਤੁਹਾਡਾ ਸਿੱਖ ਆਇਆ ਹੈ, ਤੁਹਾਡਾ ਸਿੱਖ ਤੁਹਾਡੇ ਕੋਲ ਉੱਤਮ ਸਿਦਕ ਦੀ ਮੰਗ ਕਰਦਾ ਹੈ, ਭਰੋਸਾ ਲੈ ਕੇ ਆਇਆ ਹੈ। ਬਹੁ ਧਨ ਸੰਗ ਪਜਾਵਾ ਲਾਇਵ,
ਸਿੱਧ ਹੋਤ ਅਬੈ ਚੱਲ ਆਇਵ। ਸਤਿਗੁਰੂ ਜੀ ਅਰਦਾਸੀਆਂ ਕਹਿਣ ਲੱਗਿਆ, ਮਹਾਰਾਜ ਇਹ ਸਿੱਖ ਨੇ ਬੜਾ ਪੈਸਾ ਲਗਾ ਕੇ ਇੱਟਾਂ ਪਕਾਈਆਂ ਹਨ, ਇੱਟਾਂ ਦਾ ਪਜਾਵਾ ਲਗਾਇਆ ਹੋਇਆ ਹੈ, ਹੁਣ ਆਪ ਜੀ ਦੇ ਕੋਲ ਆਇਆ ਹੈ ਤਾਂ ਜੋ ਇੱਟਾਂ ਨੇ ਠੀਕ ਠਾਕ ਪੱਕ ਜਾਣ। ਪਾਕੈ ਨੀਕੋ ਬਾਕ ਤੁਮਾਰਾ ਚਹਿਤ ਕਹਾਇਓ ਹੋਵੇ ਨਾ ਬਿਗਾਰਾ। ਸਤਿਗੁਰੂ ਜੀ ਇਹ ਕਹਿੰਦਾ ਹੈ ਵੀ ਤੁਸੀਂ ਆਪਣੇ ਮੂੰਹ ਚੋਂ ਕਹਿ ਦਿਓ ਵੀ ਇੱਟਾਂ ਪੱਕ ਜਾਣਗੀਆਂ, ਇਹ ਤੁਹਾਡਾ ਬਚਨ ਲੈਣ ਲਈ ਆਇਆ ਹੈ। ਤੁਸੀਂ ਆਪਣਾ ਬਚਨ ਇਸ ਨੂੰ ਦਿਓ ਤਾਂ ਜੋ ਇਸ ਦੇ ਕੰਮ ਦੇ ਵਿੱਚ ਵਿਘਨ ਨਾ ਪਏ, ਵਿਗਾੜ ਨਾ ਪਵੇ। ਕਰੁਣਾ ਭਰੇ ਰਸੀਲੇ ਨੈਣ ਸੁਣ ਇਸ ਕੋ ਪਿਖ ਕਰ ਕਹਿ ਬੈਨ। ਅੱਖਾਂ ਰਸ ਦੇ ਨਾਲ ਭਰੀਆਂ ਹੋਈਆਂ, ਕਿਰਪਾ ਦੇ ਨਾਲ ਭਰੀਆਂ ਹੋਈਆਂ ਅੱਖਾਂ ਗੁਰੂ ਅਰਜਨ ਸਾਹਿਬ ਜੀ ਦੀਆਂ, ਰਸੀਲੇ ਨੈਣ ਮੇਰੇ ਸਤਿਗੁਰੂ ਦੇ। ਸਤਿਗੁਰੂ ਜੀ ਮਹਾਰਾਜ ਇਹ ਸੁਣ ਕੇ ਭਾਈ ਬੁੱਧੂ ਵੱਲ ਵੇਖ ਕੇ ਬਚਨ ਕਰਦੇ ਹਨ, ਕਾਰਜ ਤੋਰ ਸਿੱਧ ਹੋਏ ਜਾਏ ਸੇਵੋ ਸਿੱਖਨ ਕੋ ਮਨ ਲਾਏ। ਸਤਿਗੁਰੂ ਜੀ ਕਹਿਣਗੇ ਭਾਈ ਬੁੱਧੂ ਆਪਣੇ ਘਰ ਜਾ, ਤੇਰਾ ਕਾਰਜ ਸਫਲ ਹੋਏਗਾ, ਪਰ ਤੂੰ ਸਿੱਖਾਂ ਦੀ ਸੇਵਾ ਕਰਨੀ ਹੈ, ਉਹਨਾਂ ਨੂੰ ਪੂਜਣਾ ਹੈ, ਉਹਨਾਂ ਨੂੰ ਆਪਣੇ ਘਰ ਲੰਗਰ ਛਕਾਉਣਾ ਹੈ। ਸਾਧ ਸੰਗ ਨਾਲ ਦੀ ਨਾਲ ਅੱਜ 400 ਸਾਲੇ ਦੇ ਉਪਲਕਸ਼ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਤੇਗ ਬਹਾਦਰ ਹਿੰਦ ਦੀ ਚਾਦਰ, ਜਿਨ੍ਹਾਂ ਦੇ ਬਾਬਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਲਮ ਨਾਲ ਲਿਖਿਆ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ, ਜੈ 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 ਸਿਰਲੋਕ। ਸੁਰਲੋਕ ਠੀਕ ਕਰ ਫੋਰ ਦਲੀ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇੱਡੇ ਵੱਡੇ ਸਤਿਗੁਰੂ ਜੀ ਜਿਨ੍ਹਾਂ ਦਾ ਪਾਵਨ ਪ੍ਰਕਾਸ਼ 1 ਅਪ੍ਰੈਲ 1621 ਨੂੰ ਈਸਵੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਨਾਨਕੀ ਦੇ ਗ੍ਰਹਿ ਵਿਖੇ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਜਿਹੜਾ ਗੁਰੂ ਕੇ ਮਹਿਲ ਦਾ ਸਥਾਨ ਹੈ, ਕਦੇ ਗੁਰੂ ਅਮਰਦਾਸ ਜੀ ਦੇ ਬਚਨਾਂ ਦੇ ਨਾਲ ਗੁਰੂ ਰਾਮਦਾਸ ਜੀ ਨੇ ਉੱਥੇ ਜਾ ਕੇ ਝੋਪੜੀ ਬਣਾਈ ਸੀ, ਉੱਥੇ ਜਾ ਕੇ ਰਹਿਣਾ ਸ਼ੁਰੂ ਕੀਤਾ। ਫਿਰ ਗੁਰੂ ਰਾਮਦਾਸ ਜੀ, ਫਿਰ ਗੁਰੂ ਅਰਜਨ ਸਾਹਿਬ ਜੀ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਵੱਡੇ 4 ਭਰਾ ਤੇ ਭੈਣ ਸੀ। ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ ਸਨ। ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ, ਅਟਲ ਰਾਏ ਤੇ ਬੀਬੀ ਵੀਰੋ ਜੀ। ਗੁਰੂ ਤੇਗ ਬਹਾਦਰ ਮਹਾਰਾਜ ਛੋਟੇ ਸਨ ਸਭ ਤੋਂ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ੁਰੂ ਤੋਂ ਸੁਭਾਅ ਬੜਾ ਨਿਮਰਤਾ ਵਾਲਾ ਤੇ ਵਿਰਾਗ ਵਾਲਾ ਸੀ। ਨਿਮਰਤਾ ਵਾਲਾ ਸੁਭਾਅ ਹੋਣ ਕਰਕੇ, ਵਿਰਾਗ ਵਾਲਾ ਹੋਣ ਕਰਕੇ ਮਾਤਾ ਨਾਨਕੀ ਜੀ ਅਕਸਰ ਚਿੰਤਾਤੁਰ ਹੋ ਜਾਂਦੀਆਂ ਸਨ। ਕਿਹੜੀ ਗੱਲੋਂ? ਵੀ ਸਤਿਗੁਰੂ ਜੀ ਮਹਾਰਾਜ ਇਹ ਤੇ ਚੁੱਪ ਹੀ ਰਹਿੰਦੇ ਨੇ, ਕਿਉਂਕਿ ਮਾਵਾਂ ਨੂੰ ਚਿੰਤਾ ਹੁੰਦੀ ਹੈ, ਕੁਝ ਛੋਟਾ ਬੱਚਾ ਲਾਡਲਾ ਵੀ ਹੁੰਦਾ ਹੈ, ਵੀ ਇਹ ਚੁੱਪ ਹੀ ਰਹਿੰਦੇ ਹਨ। ਇਸ ਕਰਕੇ ਅਸੀਂ ਇਸ ਕਰਕੇ ਚਿੰਤਾਤੁਰ ਰਹਿੰਦੀਆਂ ਹਾਂ ਵੀ ਇਸ ਦਾ ਜ਼ਿੰਦਗੀ ਵਿੱਚ ਕੀ ਬਣੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਚਿੰਤਾ ਦੀ ਲੋੜ ਨਹੀਂ, ਇਹ ਮਹਾਬਲੀ ਆਤਮਾ ਹੈ, ਇਹ ਦੀਨ ਦੇ ਰਕਸ਼ਕ ਹੋਣਗੇ, ਸੰਕਟ ਮੋਚਨ ਹੋਣਗੇ। ਨਾਲ ਦੀ ਨਾਲ ਜਿਨ੍ਹਾਂ ਦੀ ਪੱਤ ਕੋਈ ਨਹੀਂ ਢੱਕ ਸਕੇਗਾ, ਇਹ ਤੇਗ ਬਹਾਦਰ ਉਹਨਾਂ ਦੀ ਪੱਤ ਢੱਕ ਦਿਆਂ ਕਰਨਗੇ। ਪਹਿਲਾ ਨਾਮ ਉਹਨਾਂ ਦਾ ਤਿਆਗਮਲ ਸੀ। ਛੋਟੀ ਉਮਰ ਤੋਂ ਹੀ ਦੇਣ ਦਾ ਸੁਭਾਅ ਉਹਨਾਂ ਦੇ ਵਿੱਚ ਸੀ। ਮੈਂ ਆਪ ਜੀ ਦੇ ਸਾਹਮਣੇ ਬੇਨਤੀ ਕਰਾਂ, ਬਾਬਾ ਗੁਰਦਿੱਤਾ ਜੀ ਦੇ ਵਿਆਹ ਵਾਲੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਨਵੇਂ ਕੱਪੜੇ ਪਵਾਏ ਤੇ ਸੋਨੇ ਦੇ ਕੰਗਣ ਹੱਥ ਵਿੱਚ ਪਾਏ ਹੋਏ ਸੀ। ਜਾ ਰਹੇ ਸੀ ਰਾਹ ਵਿੱਚ, ਅੱਗੇ ਇੱਕ ਗਰੀਬ ਬੱਚਾ ਵਿਚਾਰਾ ਖੜਾ, ਕੱਪੜੇ ਨਹੀਂ ਸੀ ਉਹਦੇ ਕੋਲ, ਪਾਟੇ ਹੋਏ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਪਾਵਨ ਪੁਸ਼ਾਕ ਉਤਾਰ ਕੇ ਉਹ ਬੱਚੇ ਨੂੰ ਪਹਿਨਾ ਦਿੱਤੀ। ਆਪਣੇ ਜਿਹੜੇ ਸੋਨੇ ਦੇ ਕੰਗਣ ਵੀ ਉਹਨੂੰ ਦੇ ਦਿੱਤੇ। ਮਾਤਾ ਜੀ ਨੇ ਪੁੱਛਿਆ, ਬੇਟਾ ਤੁਸੀਂ ਇਹ ਕੰਗਣ ਉਹਨੂੰ ਕਿਉਂ ਪਹਿਨਾਏ ਨੇ, ਪੁਸ਼ਾਕ ਕਿਉਂ ਪਹਿਨਾਈ ਹੈ? ਕਹਿਣ ਲੱਗੇ, ਮਾਤਾ ਮੈਨੂੰ ਤੇ ਦੇਣ ਵਾਲੇ ਤੁਸੀਂ ਸਾਰੇ ਹੋ, ਪਰ ਉਹਨੂੰ ਦੇਣ ਵਾਲਾ ਕੋਈ ਨਹੀਂ। ਉਹਦਾ ਦੁੱਖ ਮੇਰੇ ਤੋਂ ਝੱਲਿਆ ਨਹੀਂ ਗਿਆ। ਇਹ ਗੁਰੂ ਸਾਹਿਬ ਜੀ ਦਾ ਦਇਆ ਦੇ ਨਾਲ ਭਰਿਆ ਹੋਇਆ ਹਿਰਦਾ। ਮੈਂ ਇੱਕ ਹੋਰ ਵੀ ਬੇਨਤੀ ਕਰਾਂ,
ਮਨੁੱਖ ਦੇ ਸੁਭਾਅ ਦਾ ਉਹਦੇ ਬਚਪਨ ਵਿੱਚ ਹੀ ਪਤਾ ਲੱਗ ਜਾਂਦਾ ਹੈ ਇਹਨੇ ਜ਼ਿੰਦਗੀ ਵਿੱਚ ਵੱਡਿਆਂ ਹੋ ਕੇ ਕੀ ਕਰਨਾ ਹੈ। ਮੈਂ ਇਹ ਵੀ ਬੇਨਤੀ ਕਰਾਂ, ਦਇਆ ਤੇ ਤਰਸ ਕਿਸੇ ਕਿਸੇ ਹਿਰਦੇ 'ਚ ਹੁੰਦੀ ਹੈ, ਹਰੇਕ ਹਿਰਦੇ ਦੇ ਵਿੱਚ ਦਇਆ ਨਹੀਂ ਹੁੰਦੀ। ਤਰਸ ਕਿਸੇ ਕਿਸੇ ਹਿਰਦੇ ਵਿੱਚ ਹੁੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪਹਿਲਾਂ ਨਾਮ ਤਿਆਗਮਲ, ਭਾਵੇਂ ਕਈ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ 3 ਜੰਗਾਂ ਆਪਣੀਆਂ ਅੱਖਾਂ ਨਾਲ ਵੇਖੀਆਂ। 14 ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਜੰਗ ਦੇ ਵਿੱਚ ਉਹਨਾਂ ਨੇ ਬੜੇ ਤੇਗ ਦੇ ਜੋਹਰ ਵਗਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਂ ਤੇਗ ਬਹਾਦਰ ਰੱਖ ਦਿੱਤਾ। ਤੁਸੀਂ ਤੇ ਤੇਗ ਦੇ ਧਨੀ ਹੋ, ਨਾਮ ਤੇਗ ਬਹਾਦਰ। ਔਰ ਕਦੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਉਹਨਾਂ ਦੀ ਬਾਣੀ ਬੜੀ ਵੈਰਾਗਮਈ ਤੇ ਪਰਮੇਸ਼ਰ ਦੇ ਨਾਲ ਬਾਰ-ਬਾਰ ਜੋੜਨ ਦੀ ਗੱਲ ਕਰਦੀ ਹੈ। ਭਾਵੇਂ ਕਿ ਹਿੰਦੁਸਤਾਨੀ ਫਿਲਾਸਫੀ ਦੇ ਵਿੱਚ ਉਹਨਾਂ ਨੇ ਹੋਰ ਜਿੱਥੇ ਪਖੰਡਾਂ ਦੀ ਗੱਲ ਨਹੀਂ ਕੀਤੀ, ਉਹਨਾਂ ਬਹੁਤੀ ਗੱਲ ਪਰਮੇਸ਼ਰ ਨਾਲ ਜੁੜਨ ਦੀ ਕੀਤੀ ਹੈ। ਬਾਰ-ਬਾਰ ਮਨੁੱਖ ਨੂੰ ਵਿਸ਼ਿਆਂ ਤੋਂ ਦੂਰ ਰਹਿਣ ਦੀ, ਇਸ ਫਾਨੀ ਸੰਸਾਰ ਤੋਂ ਉਦਾਸ ਹੋਣ ਦੀ, ਵਿਸ਼ਿਆਂ ਵਿਕਾਰਾਂ ਤੋਂ ਦੂਰ ਹੋ ਕੇ ਮੁਕਤੀ ਦੇ ਮਾਰਗ ਤੇ ਚੱਲਣ ਦੀ ਬਾਰ-ਬਾਰ ਤਕੀਦ ਕਰਦੇ ਹਨ ਗੁਰੂ ਤੇਗ ਬਹਾਦਰ ਜੀ ਮਹਾਰਾਜ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਥੋੜ੍ਹੇ ਜਿਹੇ ਵੱਡੇ ਹੁੰਦੇ ਹਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਦੇ ਨਾਲ ਬਕਾਲੇ ਦੀ ਧਰਤੀ 'ਤੇ ਆ ਜਾਂਦੇ ਹਨ। ਬਾਬਾ ਬਕਾਲਾ ਸੀ ਬਾਅਦ 'ਚ ਕਹਿਣ ਲੱਗਦੇ ਹਾਂ, ਪਹਿਲਾਂ ਉਹ ਸ਼ਹਿਰ ਦਾ ਨਾਂ ਹੈ ਬਕਾਲਾ। ਉੱਥੇ ਬੈਠ ਕੇ ਤਕਰੀਬਨ 20-25 ਸਾਲ ਦੇ ਕਰੀਬ ਮਹਾਰਾਜ ਜੀ ਬੰਦਗੀ ਕਰਦੇ ਨੇ, ਨਾਲ ਦਿਨ ਦੇ ਵਿੱਚ ਵਿਰਤ ਕੇ ਕਿਰਤ ਵੀ ਕਰਦੇ ਨੇ, ਭਜਨ ਬੰਦਗੀ ਕਰਦੇ ਹਨ। ਸੰਗਤ ਆਉਂਦੀ ਹੈ, ਉਹਨਾਂ ਨੂੰ ਬਚਨ ਵਿਲਾਸ ਵੀ ਦੱਸਦੇ ਹਨ। ਕਈ ਪ੍ਰਕਾਰ ਦੀਆਂ ਗੱਲਾਂ, ਕਈ ਪ੍ਰਕਾਰ ਦੇ ਉਹਨਾਂ ਨਾਲ ਵਚਨ ਵਿਲਾਸ ਵੀ ਗੁਰੂ ਸਾਹਿਬ ਜੀ ਕਰਦੇ ਨੇ। ਚਲਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਤੀਜੇ ਨੇ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੂੰ ਗੁਰਤਾ ਗਿੱਦੀ ਮਿਲਦੀ ਹੈ ਗੁਰੂ ਹਰਿ ਸਾਹਿਬ ਜੀ। ਗੁਰੂ ਹਰਿ ਸਾਹਿਬ ਜੀ ਦੇ ਭਰਾ ਨੇ ਬਾਬਾ ਧੀਰਮਲ ਜੀ। ਫਿਰ ਗੁਰੂ ਹਰਿ ਸਾਹਿਬ ਜੀ ਦੇ ਪੁੱਤਰ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਬਾਬਾ ਰਾਮ ਰਾਏ ਜੀ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਕਿਉਂਕਿ ਭਾਈ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਭਰਾ ਨੇ ਤੇ ਜਿਹੜੇ ਉਹਨਾਂ ਦੇ ਲੜਕੇ ਹੋਏ ਉਹਨਾਂ ਦੇ ਭਤੀਜੇ ਲੱਗਦੇ ਸਨ, ਜਿੱਥੇ ਧੀਰਮਲ ਜੀ ਤੇ ਨਾਲ ਦੀ ਨਾਲ ਗੁਰੂ ਹਰਿ ਸਾਹਿਬ ਜੀ। ਫਿਰ ਉਹਨਾਂ ਦੇ ਪੁੱਤਰਾਂ ਵਰਗੇ ਹੋਏ ਨੇ, ਅੱਗੇ ਫਿਰ ਉਹਨਾਂ ਦਾ ਪੋਤਰੇ ਹੋਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਤਾਂ ਹੀ ਕਰਕੇ ਉਹਨਾਂ ਨੇ ਦਿੱਲੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਬਾਬਾ ਵਸੇ ਗ੍ਰਾਮ ਬਕਾਲੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ ਗੁਰਿਆਈ ਦਾ ਤਿਲਕ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਦੇ ਵਿੱਚੋਂ ਭਾਈ ਗੁਰਦਿੱਤਾ ਜੀ ਗੁਰਿਆਈ ਦਾ ਤਿਲਕ ਭਾਵੇਂ ਬਾਬੇ ਬਕਾਲੇ ਦੀ ਧਰਤੀ 'ਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲਗਾ ਆਏ ਸਨ, ਪਰ ਫਿਰ ਵੀ ਉੱਥੇ 22 ਮੰਜੀਆਂ ਦੇ ਰੂਪ ਵਿੱਚ ਸੋਢੀ ਬੈਠੇ ਹੋਏ ਸਨ। ਮੈਂ ਆਪ ਜੀ ਦਾ ਧਿਆਨ ਇੱਕ ਬੜੀ ਵੱਡੀ ਘਟਨਾ 'ਤੇ ਦਿਵਾਉਣਾ ਚਾਹੁੰਦਾ, ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ। ਸੋਢੀ 22 ਮੰਜੀਆਂ ਲਾ ਕੇ ਬੈਠੇ ਨੇ, ਆਪੋ ਆਪਣਿਆਂ ਪੈਰਾਕਾਰਾਂ ਨੂੰ ਪਿੰਡਾਂ ਵਿੱਚ ਭੇਜਦੇ ਨੇ, ਜਾਓ ਰਸਤ ਇਕੱਠੀ ਕਰਕੇ ਲੈ ਕੇ ਆਓ, ਪੈਸਾ ਇਕੱਠਾ ਕਰਕੇ ਲੈ ਕੇ ਆਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਪੁੱਛਿਆ ਕਿਸੇ ਨੇ, ਮਹਾਰਾਜ ਤੁਸੀਂ ਆਪਣੇ ਬੰਦੇ ਕਿਉਂ ਨਹੀਂ ਭੇਜਦੇ, ਉਹ ਵੀ ਪੈਸਾ ਇਕੱਠਾ ਕਰ ਲਿਆਉਣਗੇ। ਜਿਹੜੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਸ਼ਾਇਦ ਹਰੇਕ ਸਿੱਖ ਦੇ, ਹਰੇਕ ਮਨੁੱਖ ਦੀ ਜੀਵਨੀ ਵਿੱਚ ਆ ਜਾਣੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਨੂੰ ਪਤਾ ਹੈ ਪਰਮਾਤਮਾ ਗਰੀਬ ਨਿਵਾਜ ਹੈ, ਜਦੋਂ ਮੈਂ ਗਰੀਬ ਹੋਵਾਂਗਾ ਉਹ ਮੈਨੂੰ ਧਨ ਦੇ ਨਾਲ ਨਿਵਾਜ ਦੇਵੇਗਾ, ਹਜੇ ਮੈਂ ਗਰੀਬ ਨਹੀਂ ਹਾਂ। ਜਦੋਂ ਮੇਰੇ ਕੋਲ ਧਨ ਦੀ ਕਮੀ ਹੋਏਗੀ ਮੈਨੂੰ ਪਤਾ ਹੈ ਪਰਮਾਤਮਾ ਗਰੀਬ ਨਿਵਾਜ ਹੈ। ਹੁਣ ਪਹਿਲੀ ਗੱਲ ਤੇ ਪਰਮਾਤਮਾ ਤੇ ਵਿਸ਼ਵਾਸ ਹੋਣਾ, ਦੂਜੀ ਗੱਲ ਉਹ ਗਰੀਬ ਨਿਵਾਜ ਹੈ ਇਸ ਚੀਜ਼ ਤੇ ਵਿਸ਼ਵਾਸ ਹੋਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਅਕਸਰ ਇਹ ਗੱਲਾਂ ਕਰਦੇ ਸਨ ਤੇ ਸਿੱਖਾਂ ਨੂੰ ਇਸੇ ਚੀਜ਼ ਨੂੰ ਬਾਰ-ਬਾਰ ਦ੍ਰਿੜ ਕਰਾਉਂਦੇ ਸੀ, ਭਾਈ ਤੁਸੀਂ ਬਾਰ-ਬਾਰ ਪਰਮੇਸ਼ਰ ਦਾ ਨਾਮ ਜਪਣਾ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਮਹਾਰਾਜ ਜਿਨ੍ਹਾਂ ਨੇ ਇੰਨੀ ਉਹਨਾਂ ਦੇ ਅੰਦਰ ਤਰਸ ਦੀ, ਲਹਿਲ ਪਿੰਡ ਹੈ ਜਿਹਨੂੰ ਅੱਜ ਕੱਲ੍ਹ ਪਟਿਆਲਾ ਕਿਹਾ ਜਾਂਦਾ ਹੈ, ਪੁਰਾਣਾ ਨਾਮ ਲਹਿਲ। ਇੱਥੇ ਇੱਕ ਮਾਈ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਟਿਆਲੇ ਆਏ, ਵੇਖੋ ਕਿੰਨਾ ਉਹਨਾਂ ਦੇ ਨੇ, ਉਹ ਬੀਬੀ ਨੂੰ ਰੋਗ ਸੀ,
ਚੇਚਕ ਦੀ ਸ਼ਾਇਦ ਉਸ ਨੂੰ ਬਿਮਾਰੀ, ਕੁਝ ਐਸਾ ਰੋਗ ਸੀ ਉਹ ਬੀਬੀ ਨੂੰ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਇਸ ਪਾਵਨ ਛੱਪੜੀ ਦੇ ਵਿੱਚ ਤੂੰ ਇਸ਼ਨਾਨ ਕਰ, ਤੇਰਾ ਰੋਗ ਦੂਰ ਹੋ ਜਾਏਗਾ। ਅੱਜ ਵੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੱਖਾਂ ਹੀ ਲੋਕ ਉੱਥੇ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਾਉਂਦੇ। ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਧੀਰਜਤਾ ਕਿੰਨੀ ਹੈ, ਸਹਿਣ ਕਰਨ ਦੀ ਸ਼ਕਤੀ ਕਿੰਨੀ ਹੈ, ਇੱਥੋਂ ਪਤਾ ਲੱਗਦਾ ਹੈ। ਜਦੋਂ ਛੀਏ ਮਸੰਦ ਨੇ ਭਾਈ ਮੱਖਣ ਸ਼ਾਹ ਨੇ ਕੋਠੇ ਤੇ ਚੜ੍ਹਿਆ, ਉੱਤੇ ਜਾ ਕੇ ਕਹਿ ਦਿੱਤਾ ਗੁਰੂ ਲਾਧੋ ਰੇ, ਗੁਰੂ ਲੱਭ ਗਿਆ ਹੈ, ਇਹ ਆਵਾਜ਼ ਲਗਾਈ, ਸਾਰੀ ਸੰਗਤ ਮਹਾਰਾਜ ਦੇ ਕੋਲ ਇਕੱਠੀ ਹੋ ਗਈ, ਸਾਰੀਆਂ ਭੇਟਾਵਾਂ ਉੱਥੇ ਆ ਗਈਆਂ। ਛੀਏ ਮਸੰਦ ਨੇ ਗੋਲੀ ਚਲਾਈ, ਗੁਰੂ ਤੇਗ ਬਹਾਦਰ ਮਹਾਰਾਜ ਇਕੱਲੇ ਬੈਠੇ ਸਨ, ਸਮਾਧੀ ਵਿੱਚ ਬੈਠੇ, ਗੋਲੀ ਚਲਾਈ, ਥੋੜ੍ਹਾ ਜਿਹਾ ਮਹਾਰਾਜ ਪਿੱਛੇ ਨੂੰ ਵੈਸੇ ਹੀ ਹੋ ਗਏ, ਗੋਲੀ ਮਹਾਰਾਜ ਦੇ ਮੱਥੇ ਦੇ ਕੋਲੋਂ ਵੱਜੀ, ਚੀਰ ਕੇ ਨਿਕਲ ਗਈ, ਥੋੜ੍ਹਾ ਅੱਗੋਂ ਮਾਸ ਨੂੰ ਖੂਨੋਂ ਖੂਨ ਮਹਾਰਾਜ ਸਾਹਿਬ ਦਾ ਮੱਥਾ ਹੋ ਗਿਆ। ਮਹਾਰਾਜ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਉੱਥੇ ਨੇ, ਤੇ ਇਹ ਵੇਖਣ ਦੀ ਗੱਲ ਹੈ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਪੁੱਤਰ ਨੇ, ਤੇ ਜਿਹਨੇ ਗੋਲੀ ਚਲਾਈ ਧੀਰ ਮਲ ਛੀਏ ਮਸੰਦ ਦੀ ਸ਼ਹਿ ਦੇ ਉੱਤੇ ਪੋਤਰਾ ਹੈ ਮਾਤਾ ਨਾਨਕੀ ਜੀ ਦਾ। ਮਾਤਾ ਨਾਨਕੀ ਸਮਝਾਉਂਦੇ ਨੇ ਇਹ ਗੱਲਾਂ ਠੀਕ ਨਹੀਂ। ਨਿਰਵੈਰਾ ਨਾਲ ਵੈਰ ਚਲਾਏਂਦੇ ਧਰਮ ਨਿਆਏ ਪਚੰਦੇ। ਕਹਿੰਦੇ ਯਾਦ ਰੱਖਿਓ ਜਿਹੜੇ ਨਿਰਵੈਰਾਂ ਦੇ ਨਾਲ ਵੈਰ ਕਰਦੇ ਨੇ, ਰੱਬ ਦਾ ਨਿਆਂ ਉਹਨਾਂ ਨੂੰ ਸਾੜ ਕੇ ਰਾਖ ਕਰ ਦਿੰਦਾ ਹੈ। ਇਹ ਮਤ ਜਾਣਨਾ ਜਿਹੜੇ ਅੱਗੋਂ ਕੁਛ ਨਹੀਂ ਬੋਲਦੇ, ਫਿਰ ਉਹਨਾਂ ਦੇ ਵੱਲੋਂ ਪਰਮਾਤਮਾ ਬੋਲਦਾ ਹੈ। ਜੋ ਆਪ ਚੁੱਪ ਕਰਕੇ ਬੈਠੇ ਨੇ ਉਹਨਾਂ ਦੇ ਵੱਲੋਂ ਜਿੱਦਣ ਰੱਬ ਬੋਲਦਾ ਹੈ, ਬਾਣੀ ਕਹਿੰਦੀ ਹੈ ਨਾਰਾਇਣ ਲਿਆ ਨਾ ਠੁੰਗੜਾ ਪੈਰ ਕਿੱਥੇ ਰੱਖਿਆ। ਜਿੱਦਣ ਰੱਬ ਬੋਲਦਾ, ਰੱਬ ਠੋਕਰ ਮਾਰਦਾ ਹੈ, ਯਾਦ ਰੱਖਣਾ ਫਿਰ ਜਿੱਦਣ ਰੱਬ ਨੇ ਠੋਕਰ ਮਾਰੀ ਧਰਤੀ ਤੇ ਪੈਰ ਰੱਖਣ ਦਾ ਥਾਂ ਨਹੀਂ ਲੱਭਣਾ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਨਹੀਂ ਮਾਤਾ ਜੀ, ਮਾਤਾ ਨਾਨਕੀ ਕਹਿੰਦੇ ਧੀਰ ਮੱਲ ਹੁਣ ਤੇਰਾ ਬੜਾ ਨੁਕਸਾਨ ਹੋਣਾ ਹੈ। ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੱਥੇ ਤੋਂ ਸਾਰਾ ਲਹੂ ਸਾਫ਼ ਕੀਤਾ, ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਹੀਂ ਮਾਤਾ ਜੀ ਛੱਡੋ ਪਰਾਂ, ਅਸੀਂ ਇਹਨਾਂ ਤੋਂ ਕੀ ਲੈਣਾ। ਗੋਲੀ ਚਲਾਈ, ਗੁੱਸੇ ਵਿੱਚ ਫਿਰ ਵੀ ਨਹੀਂ ਆਏ। ਕਿੱਡਾ ਵੱਡਾ ਧੀਰਜ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ, ਕਿੱਡੀ ਸਹਿਣ ਸ਼ਕਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ, ਕਿਉਂਕਿ ਵਿਰਾਸਤ ਵਿੱਚ ਮਿਲੀ ਹੈ ਸਹਿਣ ਸ਼ਕਤੀ। ਫਿਰ ਭਾਈ ਮੱਖਣ ਸ਼ਾਹ ਸਾਰਾ ਸਮਾਨ ਲੁੱਟ ਕੇ ਲੈ ਆਇਆ। ਭਾਈ ਮੱਖਣ ਸ਼ਾਹ ਨੇ, ਭਾਵੇਂ ਪਰਮਾਤਮਾ ਨੇ ਭਾਈ ਮੱਖਣ ਸ਼ਾਹ ਨੂੰ ਵਿਧ ਬਣਾਇਆ, ਪਰ ਗੁਰੂ ਤੇਗ ਬਹਾਦਰ ਕਹਿੰਦੇ ਨਹੀਂ ਸਾਰਾ ਸਮਾਨ ਵਾਪਸ ਕਰ ਦਿਓ। ਫਿਰ ਸਾਰਾ ਸਮਾਨ ਵਾਪਸ ਕਰ ਦਿੱਤਾ। ਐਸੀ ਸ਼ਖਸੀਅਤ ਦੇ ਮਾਲਕ ਗੁਰੂ ਤੇਗ ਬਹਾਦਰ ਮਹਾਰਾਜ, ਤੇ ਉਪਦੇਸ਼ ਕੀ ਕਰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਕੀ, ਕਹੋ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਭੂਮੀ। ਇਹ ਮਹਾਰਾਜ ਜੀ ਦਾ ਪ੍ਰਮੁੱਖ ਉਪਦੇਸ਼ ਹੈ। ਮਨੁੱਖ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਹੀ ਕਰ ਰਿਹਾ ਹੈ, ਸਾਰੀਆਂ ਹੀ ਚੀਜ਼ਾਂ ਤੈਨੂੰ ਯਾਦ ਨੇ, ਪਰਮਾਤਮਾ ਯਾਦ ਨਹੀਂ ਹੈ। ਹਰੇਕ ਚੀਜ਼ ਯਾਦ ਦੇ ਵਿੱਚ ਹੈ, ਪਰਮੇਸ਼ਰ ਯਾਦ ਵਿੱਚ ਨਹੀਂ। ਐਸੇ ਮੇਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਕਿੰਨੇ ਪ੍ਰੇਮ ਵਾਲੇ। ਤਾਂ ਹੀ ਕਰਕੇ ਕਿਹਾ ਜਾਂਦਾ ਹੈ, ਮੈਂ ਉਸ ਦਿਨ ਬਾਬਾ ਇਸਰਾਣਾ ਸਾਹਿਬ ਵਾਲੇ ਕਹਿ ਰਹੇ ਸੀ, ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਨੇ, ਭਾਵੇਂ ਕਿ ਸਾਰੇ ਹੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸਤਿਕਾਰਯੋਗ ਹਨ, ਕਹਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਏਡੀ ਤਰਸ ਵਾਲੇ ਨੇ, ਜਿੱਥੇ ਜਿੱਥੇ ਵੀ ਉਹਨਾਂ ਦੇ ਸਥਾਨ ਨੇ ਉੱਥੇ ਉੱਥੇ ਲੋਕ ਬੜੇ ਅਮੀਰ ਹਨ। ਕਿਉਂਕਿ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਰ। ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਂ ਲੈਂਦੇ ਹਨ, ਉਹਨਾਂ ਤੇ ਟੇਕ ਤੇ ਵਿਸ਼ਵਾਸ ਰੱਖਦੇ ਨੇ, ਨੌ ਨਿਧੀਆਂ ਸੋਨਾ ਚਾਂਦੀ ਹੀਰੇ ਮੋਤੀ, ਧਾਏ ਦਾ ਮਤਲਬ ਹੈ ਭੱਜ ਕੇ ਵੜ ਜਾਣਾ। ਉਹਨਾਂ ਦੇ ਘਰ ਦੇ ਵਿੱਚ ਇਹ ਪਦਾਰਥ ਭੱਜ ਕੇ ਵੜ ਜਾਂਦੇ ਹਨ। ਔਰ ਇਸ ਦੀ ਸਾਖਸ਼ਾਤ ਮਿਸਾਲ ਸਾਡੇ ਨੇੜੇ ਤੇੜੇ ਸਾਰਾ ਇਲਾਕਾ ਹੈ। ਮੈਂ ਕਈ ਵਾਰੀ ਸੋਚਦਾ ਇਸ ਇਲਾਕੇ ਨੂੰ ਕਿੱਥੇ ਕਿੱਥੇ ਵਿਦੇਸ਼ਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਿਜ਼ਨਸ ਬਖਸ਼ੇ ਨੇ। ਸਾਰੇ ਇਲਾਕੇ ਦੇ ਵਿੱਚ ਵੱਡੇ ਵੱਡੇ ਮਹਿਲ ਲੋਕਾਂ ਨੇ ਬਣਾ ਲਏ ਨੇ। ਇਹ ਸਾਰੀ ਕਿਰਪਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹੈ। ਪਰ ਮੈਂ ਬੜੇ ਐਸੇ ਐਗਜ਼ਾਮਪਲ ਵੇਖੇ ਨੇ। ਇੱਕ ਮਨੁੱਖ ਨੂੰ ਤੇ ਮੈਂ ਪਰਸਨਲੀ ਜਾਣਦਾ ਹਾਂ, ਉਸ ਦੇ ਘਰ ਕਿਤੇ ਬੱਚਾ ਨਹੀਂ ਸੀ, ਪੋਤਰਾ ਨਹੀਂ ਸੀ। ਉਸ ਨੂੰ ਕਿਸੇ ਕਿਹਾ ਤੂੰ ਉੱਥੇ ਤਰਾਵੜੀ ਜਾਇਆ ਕਰ, ਪੰਚਮੀ ਲੱਗਦੀ ਹੈ, ਇਸ਼ਨਾਨ ਕਰਿਆ ਕਰ। ਉਹ ਪਿੰਡੋਂ ਹੀ ਚੱਲ ਕੇ ਆਉਂਦਾ ਸੀ ਤੇ ਪੈਦਲ ਹੀ ਆਉਂਦਾ ਸੀ। 5-6 ਵਾਰੀ ਉਹ ਆਇਆ ਹੈ, ਕਿਤੇ ਉਹਨਾਂ ਨੂੰ ਪੋਤਰੇ ਦੀ ਦਾਤ ਪਤਾ ਲੱਗ ਗਈ।
ਹੁਣ ਕਹਿੰਦਾ ਹੈ ਮੇਰੇ ਇੱਕ ਲੜਕੇ ਨੇ ਬਾਹਰ ਜਾਣਾ ਸੀ, ਕੰਮ ਨਹੀਂ ਸੀ ਬਣ ਰਿਹਾ। ਲੋਕੀ ਮੈਨੂੰ ਕਹਿਣਗੇ ਫਲਾਣੀ ਥਾਂ ਜਾ, ਕਹਿੰਦੇ ਨਹੀਂ ਮੈਂ ਥਾਂ ਲੱਭ ਲਿਆ ਹੈ ਜਿੱਥੋਂ ਚੀਜ਼ਾਂ ਮਿਲਦੀਆਂ ਨੇ। ਕਹਿੰਦੇ 5 ਵਾਰੀ ਫਿਰ ਮੈਂ ਆਇਆ, ਬੱਚਾ ਵੀ ਚਲਾ ਗਿਆ। ਕਹਿੰਦੇ ਹੁਣ ਮੇਰਾ ਕੋਈ ਕਾਰਜ ਹੁੰਦਾ ਹੈ ਨਾ, ਮੈਂ ਕੁਛ ਨਹੀਂ ਕਰਦਾ, ਸਿੱਧਾ ਰਾਹ ਲੱਭਿਆ ਹੋਇਆ ਹੈ ਤਰਾਵੜੀ ਦਾ। ਇਹ ਤਾਂ ਸਾਧਨ ਸ਼ਰਧਾ, ਗੱਲ ਸ਼ਰਧਾ ਤੇ ਵਿਸ਼ਵਾਸ ਦੀ ਹੈ। ਯਾਦ ਰੱਖਣਾ, ਸ਼ਰਧਾ ਵਾਲੇ ਬੜਾ ਕੁਝ ਲੈ ਜਾਂਦੇ ਨੇ, ਸਭ ਕੁਝ ਲੈ ਲੈਂਦੇ ਨੇ ਪਰਮਾਤਮਾ ਕੋਲੋਂ, ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੁੰਦਾ, ਯਾਦ ਰੱਖਣਾ ਦੀਵੇ ਦੇ ਥੱਲੇ ਹਨੇਰਾ ਹੀ ਰਹਿੰਦਾ ਹੈ, ਖਾਲੀ ਰਹਿ ਜਾਂਦੇ ਨੇ। ਇੱਥੇ ਦੇ ਸਾਧ ਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਤੇ ਪ੍ਰੇਮ ਤੇ ਦਿਲ ਦੀ ਖਿੱਚ ਦੀ ਗੱਲ ਹੈ। ਜਿਨ੍ਹਾਂ ਅੰਦਰ ਪ੍ਰੇਮ ਹੁੰਦਾ ਹੈ ਬੜੀਆਂ ਵੱਡੀਆਂ ਮਰਤਬੇ ਜ਼ਿੰਦਗੀ 'ਚ ਪ੍ਰਾਪਤ ਕਰਦੇ ਨੇ। ਐਸੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਸੋ ਉਹਨਾਂ ਦੇ 400 ਸਾਲੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਕਿਉਂਕਿ ਅਸੀਂ ਵੀ ਉਹਨਾਂ ਦੇ ਸਥਾਨ ਤੇ ਬੈਠੇ ਹਾਂ। ਇਹ ਉਹ ਸਥਾਨ, ਉਹ ਪ੍ਰੇਮ ਦੀ ਮੂਰਤ ਇੱਕੋ ਵਾਰੀ ਯਾਦ ਕਰਨ ਦੇ। ਗਰੀਬ ਦੀ ਛੱਪੜੀ ਦੇ ਵਿੱਚ, ਗਰੀਬ ਦੀ ਛੱਪਰੀ ਦੇ ਵਿੱਚ ਭਾਈ ਦੇਵਾ ਰਾਮ ਗਰੀਬ ਦੀ ਛੱਪਰੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਾਗ ਲਾਏ। ਉਹਦੀ ਅੱਜ ਛੱਪਰੀ ਨੂੰ ਮਹੱਲਾਂ ਦਾ ਦਰਜਾ ਗੁਰੂ ਤੇਗ ਬਹਾਦਰ ਸਾਹਿਬ ਦੇ ਗਏ। ਕਿੱਥੇ ਗੁੰਬਜ ਤੋਂ ਸੋਨਾ ਲੱਗਣਾ ਸ਼ੁਰੂ ਹੋਇਆ ਹੈ। ਔਰ ਮੇਰਾ ਇਹ ਮਨ ਆਪਣਾ ਅੰਦਰ ਦਾ ਨਿੱਜੀ ਵਲਵਲਾ ਹੈ, ਆਉਣ ਵਾਲਿਆਂ ਸਮਿਆਂ ਦੇ ਵਿੱਚ ਇਹ ਗੁੰਬਦ ਵੀ ਸੋਨਿਆਂ ਦੇ ਬਣ ਜਾਣਗੇ। ਇੱਥੇ ਛਤਰ ਸੋਨਿਆਂ ਦੇ